हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देसा, काम क्रोध लोभ झूठ निंदा। इनते आप छड़ावो, एह भीतर ते इनको डारो। आपन निकट बुलावो, डंडोत बंदन अनेक बार। सर्व कला समरथ, डोलन तेरा खो प्रभु। नानक दे कर हथ, डोलन तेरा खो प्रभु। राखो प्रभु, डोलन तेरा खो प्रभु। नानक दे कर हथ। सतनाम। धन वाहे गुरु साहिब जीओ। महला पहला। वाइन चेले नचन गुर, पैर हलायन फेरन सिर। उड उड रावा झाटै पाए, वेखै लोक हसै घर जाए। रोटियां कारण पूरह ताल, आप पछाड़ें धरती नाल। गावन गोपियां गावन कान, गावन सीता राजे राम। गावन गोपियां गावन कान, गावन सीता राजे राम। वाहिगुरु जी का खालसा, वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर सतगुरां दे अंमृत बचनां दा रस पिन्ना कीर्तन आप जी सरवण कर रहे सी।
ਜੋ ਕੱਲ ਵਿਚਾਰ ਦੀ ਲੜੀ ਸੀ, ਹਜ਼ੂਰ ਦੀ ਆਸਾ ਕੀ ਵਾਰ ਦੀ 5ਵੀਂ ਪੌੜੀ ਦਾ ਪਹਿਲਾ ਸ਼ਲੋਕ, ਇਸ ਦੀ ਵਿਚਾਰ ਆਪਾਂ ਕਰ ਰਹੇ ਸੀ। ਉਸ ਲੜੀ ਨੂੰ ਜੋੜਨ ਲਈ ਔਰ ਵਿਚਾਰ ਨੂੰ ਅੱਗੇ ਤੋਰਨ ਦੇ ਲਈ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਸੰਸਾਰ ਨੂੰ ਇੱਕ ਰਾਸ ਮੰਡਲ ਬਣਾਇਆ ਹੈ। ਕੱਲ ਇਹ ਡਿਟੇਲ ਨਾਲ ਆਪਾਂ ਵਿਚਾਰਿਆ ਸੀ ਕਿ ਕਿਵੇਂ ਰਾਸਧਾਰੀ ਜਿਹੜੇ ਨੇ ਉਹ ਰਾਸ ਪਾਉਂਦੇ ਹੁੰਦੇ ਸਨ। ਉਸ ਵਿੱਚ ਕ੍ਰਿਸ਼ਨ ਜੀ ਦਾ ਭੇਖ, ਗੋਪੀਆਂ ਔਰ ਗਵਾਲਿਆਂ ਦਾ ਭੇਖ ਕੀਤਾ ਜਾਂਦਾ ਸੀ। ਅੱਜ ਵੀ ਉਹ ਰਾਸਧਾਰੀ ਰਾਸ ਪਾਉਂਦੇ ਨੇ। ਕ੍ਰਿਸ਼ਨ ਜੀ ਦੇ ਚੁਗਿਰਦੇ ਇਹ ਗੋਪੀਆਂ, ਇਹ ਗਵਾਲੇ ਘੁੰਮਦੇ ਸਨ। ਉਹਨਾਂ ਦੀ ਸਿਫਤ ਕਰਨੀ, ਉਹਨਾਂ ਦੀ ਬਾਲ ਲੀਲਾ, ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਕੁਝ ਕੌਤਕ ਨੇ ਜਾਂ ਉਹਨਾਂ ਦੀਆਂ ਲੀਲਾਵਾਂ ਸਨ, ਉਹਨਾਂ ਮੁਤਾਬਕ ਉਹ ਕਰਦੇ ਹੁੰਦੇ ਸਨ, ਸਾਂਗ ਉਤਾਰਦੇ ਸਨ। ਪਰ ਵਕਤ ਆਇਆ, ਕਿਉਂਕਿ ਇਹਨਾਂ 2 ਸ਼ਲੋਕਾਂ 'ਚ 4 ਗੱਲਾਂ ਸਮਝ ਕੇ ਆਪਾਂ ਤੁਰੀਏ, ਵਿਚਾਰ ਬੜੀ ਸੌਖੀ ਹੋਵੇਗੀ 4 ਪੜਾਵਾਂ 'ਚ। ਪਹਿਲਾ ਤਾਂ ਸ਼ਲੋਕ ਹੈ ਪਰਮਾਤਮਾ ਦੀ ਬਣਾਈ ਕੋਈ ਸ੍ਰਿਸ਼ਟੀ 'ਚ ਰਾਸ ਕਿਵੇਂ ਪਾਈ ਜਾ ਰਹੀ। ਜਿਹੜੇ ਸ਼ਲੋਕ ਦੀਆਂ ਅਗਲੇ ਦੀਆਂ ਅਸੀਂ ਕੁਝ ਤੁਕਾਂ ਪੜ੍ਹੀਆਂ ਨੇ, ਇਹਦੇ ਵਿੱਚ ਰਾਸ ਕੁਰਾਸ ਕਿਵੇਂ ਬਣ ਗਈ। ਰਾਸਧਾਰੀ ਉਹ ਕਿਵੇਂ ਸਿਰਫ ਢਿੱਡ ਦੀ ਖਾਤਰ ਤੇ ਲੋਕ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ। ਉਸ ਤੋਂ ਅੱਗੇ ਜੋ ਬਚਨ ਕੱਲ ਨੂੰ ਆਏਗਾ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕੇਵਲ ਪਰਮਾਤਮਾ ਦੇ ਸਿਮਰਨ ਵਿੱਚ ਹੀ ਭਿੱਜੀ ਰਹਿੰਦੀ ਹੈ। ਉਹ ਗੁਰੂ ਦੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਕਮਾਉਣਾ ਸ਼ੁਰੂ ਕਰ ਦਿੰਦੇ ਨੇ। ਤੇ ਇਸ ਦੇ ਵਿੱਚ ਜਿਹੜਾ ਚੌਥਾ ਪੜਾਅ ਹੋਵੇਗਾ ਕਿ ਜੇ ਅਸੀਂ ਸਮਝੀਏ ਕਿ ਸਰੀਰਕ ਤੌਰ ਤੇ ਫੇਰੀ ਪਾਉਣ ਦੇ ਨਾਲ, ਸਰੀਰਕ ਤੌਰ ਤੇ ਗਿੜ ਮੁੜ ਘੁੰਮਣ ਦੇ ਨਾਲ ਕੋਈ ਰੂਹਾਨੀਅਤ ਦੀ ਪ੍ਰਾਪਤੀ ਹੈ, ਹਜ਼ੂਰ ਨੇ ਫਿਰ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ। ਉਹਨਾਂ ਵਿੱਚ ਮਸ਼ੀਨਾਂ ਵੀ ਲੈ ਲਵੋ ਕਿ ਜਿਹੜੀਆਂ ਜਦੋਂ ਵੀ ਚੱਲਦੀਆਂ ਨੇ ਘੁੰਮੀ ਜਾਂਦੀਆਂ ਨੇ। ਜੇ ਘੁੰਮਣ ਦੇ ਨਾਲ ਪ੍ਰਾਪਤੀ ਹੁੰਦੀ ਤੇ ਸਤਿਗੁਰੂ ਕਹਿੰਦੇ ਨੇ ਇਹ ਚੀਜ਼ਾਂ ਕਿਉਂ ਨਾ ਤਰੱਕੀ ਕਰ ਜਾਂਦੀਆਂ। ਉਸ ਵਿੱਚ ਕੋਲੂ, ਚਰਖਾ, ਕੁਮਾਰ ਦਾ ਚੱਕ, ਫਲੇ, ਇਹ ਸਾਰਿਆਂ ਦਾ ਜ਼ਿਕਰ ਕੀਤਾ ਕਿਉਂਕਿ ਸਾਰੇ ਗੁਲਾਈ ਦੇ ਵਿੱਚ ਘੁੰਮਦੇ ਪਏ। ਉਹ ਫੇਰੀ ਵੀ ਗੁਲਾਈ 'ਚ ਪਾਉਂਦੇ ਸਨ ਰਾਸਧਾਰੀ। ਪਰ ਜਿਹੜੀ ਦਾਸ ਬੇਨਤੀ ਕਰ ਲੱਗਾ ਹੈ, ਕੱਲ ਅਰਜ਼ ਕੀਤੀ ਸੀ, ਹਜ਼ੂਰ ਕਹਿੰਦੇ ਨੇ ਆਓ ਦੇਖੋ ਪਰਮਾਤਮਾ ਦੀ ਬਣਾਈ ਹੋਈ ਇਸ ਰਾਸ ਮੰਡਲ ਨੂੰ। ਹਜ਼ੂਰ ਕਹਿੰਦੇ ਨੇ ਜਿਤਨੀਆਂ ਵੀ ਘੜੀਆਂ ਨੇ, ਟਾਈਮ ਸਾਡਾ ਹੈ। ਤੇ ਕੱਲ ਮੈਂ ਜ਼ਿਆਦਾ ਰਿਪੀਟ ਨਹੀਂ ਕਰਾਂਗਾ, ਇਹੀ ਅਰਜ਼ ਕੀਤੀ ਸੀ ਤਕਰੀਬਨ 24 ਮਿੰਟ ਦੀ ਇੱਕ ਘੜੀ ਬਣਦੀ ਹੈ। ਕਈ ਸੱਜਣ 25 ਮਿੰਟ ਵੀ ਕਹਿ ਦਿੰਦੇ ਨੇ। ਖੈਰ ਮੁੱਕਦੀ ਗੱਲ ਕੀ 24-25 ਮਿੰਟ ਦੀ ਘੜੀ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਤੇਰੇ ਜ਼ਿੰਦਗੀ ਦਾ ਸਮਾਂ ਹੈ, ਇਹ ਸੱਚਮੁੱਚ ਇਸ ਤਰ੍ਹਾਂ ਜਿਵੇਂ ਪਰਮਾਤਮਾ ਦੀ ਰਾਸ ਮੰਡਲ ਦੀਆਂ ਗੋਪੀਆਂ ਨੇ। ਘੜੀਆਂ ਸਭੇ ਗੋਪੀਆਂ। ਤੇ ਜਿਹੜੇ 8 ਪੈਰ ਨੇ ਇਹ ਕ੍ਰਿਸ਼ਨ ਜੀ ਦੇ ਉਹ ਸਖੇ ਨੇ। ਕੱਲ ਇਹਦੇ ਅਰਥ ਕੀਤੇ ਸਨ ਪੈਰ ਕੰਨ ਗੋਪਾਲ। ਗੋਪਾਲ ਦਾ ਅਰਥ ਕ੍ਰਿਸ਼ਨ ਵੀ ਹੈ, ਪਰ ਜ਼ਿਆਦਾਤਰ ਵਿਦਵਾਨਾਂ ਨੇ ਗੋਪਾਲ ਦਾ ਅਰਥ ਗੋਪੇ ਕੀਤਾ ਹੈ, ਜਿਹੜੇ ਕ੍ਰਿਸ਼ਨ ਦੀ ਰਾਸ ਲੀਲਾ ਦੇ ਵਿੱਚ ਉਹਦੇ ਸਖੇ ਨੇ। ਸਾਰੀਆਂ ਘੜੀਆਂ ਜਿਹੜੀਆਂ ਨੇ ਇਹ ਗੋਪੀਆਂ ਨੇ, ਟਾਈਮ ਪੈਰ ਜਿਹੜੇ ਨੇ ਇਹ ਸਖੇ ਨੇ। ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕਰਦਿਆਂ ਫਿਰ ਫਰਮਾਇਆ ਸੀ ਕਿ ਉਹ ਆਪਣੇ ਤਨ ਤੇ ਗਹਿਣੇ ਪਾਉਂਦੇ ਨੇ, ਕੱਪੜੇ ਪਾਉਂਦੇ ਨੇ। ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਬਣੇ ਹੋਏ ਇਸ ਬ੍ਰਹਿਮੰਡ ਦੇ ਵਿੱਚ ਪੌਣ, ਪਾਣੀ ਤੇ ਅੱਗ, ਇਹ ਮਾਨੋ ਉਹਨਾਂ ਗੋਪੀਆਂ ਤੇ ਗਵਾਲਿਆਂ ਦੇ ਗਹਿਣੇ ਨੇ। ਇਹ ਪਰਮਾਤਮਾ ਦੀ ਰਾਸ ਮੰਡਲ ਵਿੱਚ ਵਰਤੇ ਜਾਣ ਵਾਲੇ ਗਹਿਣੇ ਨੇ। ਤੇ ਨਾਲ ਸਤਿਗੁਰਾਂ ਨੇ ਸ਼ਬਦ ਵਰਤਿਆ ਸੀ ਚੰਦ ਤੇ ਸੂਰਜ,
ਇਹ ਦੋਨੋਂ ਮਾਨੋ ਅਵਤਾਰ ਨੇ। ਇਹ ਰਾਸ ਅਖਾੜਾ ਹੈ परमात्मा ਦਾ ਬਣਾਇਆ। ਫਿਰ ਜਿੰਨੀ ਧਰਤੀ ਹੈ, ਧਰਤੀ ਦੇ ਉੱਪਰ ਜਿਤਨੇ ਧਨ ਪਦਾਰਥ ਜਾਂ ਖਣਿਜ ਪਦਾਰਥ ਧਰਤੀ ਵਿੱਚ ਪਏ ਨੇ, ਜਿਵੇਂ ਰਾਸ ਪਾਉਣ ਵਾਲੇ ਸਮਾਨ ਵਰਦੇ ਨੇ, ਸਾਂਗ ਉਤਾਰਨ ਵੇਲੇ ਜਿਹੜਾ ਚੀਜ਼ ਉਹ ਆਪਣੀ ਬਾਡੀ ਤੇ ਬਨਾਵਟ ਲਈ ਵਰਦੇ ਨੇ, ਸੱਚ ਇਹ ਵੇ ਕਿ ਇਹ ਜਿੰਨਾ ਵੀ ਧਨ ਮਾਲ ਹੈ ਜਿਹਨੂੰ ਅਸੀਂ ਵਰਤਨੇ ਪਏ ਹਾਂ, ਇਹ ਇੱਕ ਬਖੇੜਾ ਬਣਾਇਆ ਹੋਇਆ ਇਸ ਰਾਸ ਮੰਡਲ ਵਿੱਚ, ਜਿਵੇਂ ਸਾਂਗਾਂ ਉਤਾਰਨ ਵਾਲੇ ਲੜਦੇ ਨੇ। ਫਿਰ ਬੇਨਤੀ ਸੁਣੋ, ਮੈਂ ਥੋੜਾ ਜਿਹਾ ਕਲੀਅਰ ਕਰ ਦਿਆਂ। ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ। ਮੰਨ ਲਓ ਇੱਕ ਕੋਈ ਫਿਲਮ ਬਣਾਉਂਦਾ, ਕੱਲ ਵੀ ਕੀ ਸੀ, ਉਹਨੇ ਇੱਕ ਬਨਾਵਟੀ ਜਿਹਾ ਕਿਲਾ ਬਣਾ ਦਿੱਤਾ ਹੈ। ਹੁਣ ਉਸ ਕਿਲੇ ਨੂੰ ਇੱਕ ਕਬਜ਼ਾ ਕਰਨਾ ਚਾਹੁੰਦਾ, ਦੂਜਾ ਉਹਦੇ ਤੇ ਕਬਜ਼ਾ ਛੱਡਣਾ ਨਹੀਂ ਚਾਹੁੰਦਾ। ਹੁਣ ਉਸ ਕਿਲੇ ਦੀ ਖਾਤਰ ਪੂਰੀ ਦੀ ਪੂਰੀ ਜਿਹੜੀ ਪਿਕਚਰ ਹੈ ਉਹ 'ਚ ਲੜਾਈ ਹੁੰਦੀ ਪਈ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਤੇਰੀ ਬਣਾਈ ਹੋਈ ਇਸ ਰਾਸ ਲੀਲਾ ਵਿੱਚ ਆ ਜ਼ਮੀਨ ਥੱਲੇ ਪਿਆ ਹੋਇਆ ਤੇਲ, ਜ਼ਮੀਨ ਥੱਲੇ ਪਿਆ ਹੋਇਆ ਸੋਨਾ, ਜ਼ਮੀਨ ਦੇ ਉੱਤੇ ਉੱਗਿਆ ਹੋਇਆ ਅਨਾਜ, ਇਹ ਤੇਰੀ ਬਣਾਈ ਹੋਈ ਰਾਸ ਲੀਲਾ ਦੇ ਵਿੱਚ ਜੰਜਾਲ ਦਾ ਕਾਰਨ ਬਣਿਆ ਹੋਇਆ। ਇਹਦੇ ਕਰਕੇ ਆਪਸ 'ਚ ਪਾਤਰ ਲੜੀ ਜਾਂਦੇ ਨੇ। ਜੇ ਥੋੜੀ ਜਿਹੀ ਸੁਰਤ ਚੁੱਕ ਕੇ ਦੇਖੋ, ਜਿਸ ਦਿਨ ਖੇਡ ਮੁੱਕੇਗੀ, ਨਾ ਇੱਥੇ ਪਾਪ ਰਹਿਣਾ ਤੇ ਨਾ ਇੱਥੇ ਪੁੰਨ ਰਹਿਣਾ, ਨਾ ਇੱਥੇ ਧਰਮੀ ਰਹਿਣਾ ਤੇ ਨਾ ਇੱਥੇ ਕੁਕਰਮੀ ਰਹਿਣਾ। ਉਨੀ ਦੇਰ ਤੱਕ ਹੀ ਗਰਾਊਂਡ ਦੇ ਨੇਮ ਹੁੰਦੇ ਨੇ। ਅਸੀਂ ਦੇਖਨੇ ਆ ਜਦੋਂ ਕੋਈ ਖੇਡਦਾ, ਜੇ ਗਰਾਊਂਡ ਵਿੱਚ ਸੈਰ ਕਰੋ ਤੇ ਕੋਈ ਨੇਮ ਨਹੀਂ, ਜਦੋਂ ਖੇਡ ਸ਼ੁਰੂ ਹੁੰਦੀ ਹੈ ਉਦੋਂ ਹੀ ਨੇਮ ਹੁੰਦੇ ਨੇ। ਪਿਆਰਿਓ, ਖੇਡ ਖਤਮ ਹੋਣ ਤੋਂ ਬਾਅਦ ਤਾਂ ਨੇਮ ਕੋਈ ਹੈ ਹੀ ਨਹੀਂ। ਆ ਦੁਨੀਆ ਦੀ ਵੀ ਖੇਡ ਜਿੰਨੀ ਦੇਰ ਤੱਕ ਹੈ, ਬਾਜ਼ੀਗਰ ਨੇ ਬਾਜੀ ਪਾਈ ਹੈ, ਉਨੀ ਦੇਰ ਤੱਕ ਇਹ ਨੇਮ ਨੇ, ਚੰਗਾ ਏ ਮੰਦਾ ਏ, ਪਾਪ ਏ ਪੁੰਨ ਏ। ਪਰ ਜਿਸ ਦਿਨ ਉਸਨੇ ਸਾਰੀ ਖੇਡ ਨੂੰ ਉਜਾੜ ਦਿੱਤਾ, ਸੱਚ ਵੇ ਉਹ ਕੱਲਾ ਰਹਿ ਜਾਣਾ, ਨਾ ਪਾਪੀ ਰਹਿਣੇ ਤੇ ਨਾ ਪੁੰਨੀ ਰਹਿਣੇ। ਇਹਨੂੰ ਜੇ ਧਿਆਨ ਨਾਲ ਪੜ੍ਹਨਾ ਹੋਵੇ ਤੇ ਸੁਖਮਨੀ ਸਾਹਿਬ ਦੀ 21ਵੀਂ ਅਸ਼ਟਪਦੀ ਨੂੰ ਜ਼ਰੂਰ ਪੜ੍ਹਿਓ। ਮੇਰੀ ਬੇਨਤੀ ਹੈ, ਜਦੋਂ ਕੁਛ ਵੀ ਨਹੀਂ ਸੀ, ਕਿੱਥੇ ਪਾਪ ਸੀ ਕਿੱਥੇ ਪੁੰਨ ਸੀ, ਕਿੱਥੇ ਧਰਮ ਸੀ ਕਿੱਥੇ ਕੁਕਰਮ ਸੀ। ਖੈਰ, ਇਹ ਸਾਰੀ ਧਰਤੀ ਦੇ ਪਦਾਰਥ ਜਿਹੜੇ ਨੇ ਇਹ ਸਰਬ ਜੰਜਾਲ ਬਣੇ ਪਏ ਨੇ, ਵਰਤਨ ਸਰਬ ਜੰਜਾਲ। ਪਰ ਅੱਗੇ ਸਤਿਗੁਰੂ ਦਾ ਜਿਹੜੀ ਸੀ ਤੁਕ ਤੇ ਬਹੁਤ ਜ਼ੋਰ ਦਿੱਤਾ ਸੀ, ਜਿਹਦੀ ਵਿਚਾਰ ਅਸੀਂ ਰੋਕੀ ਸੀ। ਨਾਨਕ ਮੁਸੈ ਗਿਆਨ ਵਿਹੂਣੀ। ਸਾਰੀ ਲੋਕਾਈ ਜਿਹੜੀ ਹੈ ਠੱਗੀ ਜਾ ਰਹੀ ਹੈ। ਮੁੱਸੇ ਦਾ ਅਰਥ ਹੈ ਇਹਨੂੰ ਲੁੱਟਿਆ ਜਾ ਰਿਹਾ, ਕਿਉਂਕਿ ਇਹਦੇ ਕੋਲ ਗਿਆਨ ਕੋਈ ਨਹੀਂ। ਨਾਨਕ ਮੁੱਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਮੌਤ ਇਹਦੀਆਂ ਗਰਾਹੀਆਂ ਬਣ ਕੇ ਜਮਦੂਤ ਗਿਆਨ ਤੋਂ ਵਿਹੂਣਿਆਂ ਨੂੰ ਖਾਈ ਜਾ ਰਿਹਾ ਹੈ, ਉਹਨੇ ਖਤਮ ਕਰ ਦਿੱਤਾ। ਕੱਲ ਮੈਂ ਅਰਜ਼ ਕੀਤੀ ਸੀ, ਕਿਉਂਕਿ ਉਸ ਲੜੀ ਤੇ ਮੈਂ ਆ ਜਾਵਾਂ। ਦੋ ਤਰ੍ਹਾਂ ਦਾ ਗਿਆਨ ਹੈ ਧਰਮ ਦੀ ਦੁਨੀਆ 'ਚ। ਇੱਕ ਹੈ ਸਾਡੇ ਕੋਲ ਧਰਮ ਦੀ ਨੌਲੇਜ ਹੈ, ਇੱਥੇ ਅਸੀਂ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ ਵਾਲੇ ਪ੍ਰਮਾਣ ਤੇ ਸਮਾਪਤੀ ਕੀਤੀ ਸੀ। ਇੱਕ ਹੈ ਧਰਮ ਦੀ ਨੌਲੇਜ, ਧਰਮ ਦੀ ਜਾਣਕਾਰੀ। ਇੱਕ ਹੈ ਧਰਮ ਬਾਰੇ ਅਨੁਭਵ। ਹਾਲਾਂਕਿ ਦੋਨੋਂ ਬੜੇ ਨੇੜੇ ਨੇੜੇ ਨੇ। ਇੱਕ ਵਾਰੀ ਮੈਨੂੰ ਯਾਦ ਹੈ, ਮੈਂ ਇੱਥੇ ਇੱਕ ਉਦਾਹਰਨ ਦਿੱਤੀ ਸੀ। ਅਸੀਂ ਪਾਣੀ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਉੱਥੇ ਵਰਤਨੇ ਆ ਕਿ ਦੋ ਤਰ੍ਹਾਂ ਨਾਲ ਪਾਣੀ ਲੋਕ ਵਰਤਦੇ ਹੁੰਦੇ ਸਨ। ਇੱਕ ਪਾਣੀ ਹੁੰਦਾ ਸੀ ਖੂਹ ਦਾ, ਇੱਕ ਪਾਣੀ ਅੱਜ ਕੱਲ੍ਹ ਹੁੰਦਾ ਟੈਂਕੀ ਦਾ। ਬੜਾ ਸੌਖੀ ਸਮਝ ਪੈ ਜਾਏਗੀ। ਅਨੁਭਵ ਤੇ ਨੌਲੇਜ। ਨੌਲੇਜ ਵੀ ਧਰਮ ਦੀ ਬੜੇ ਬੜੇ ਲੋਕਾਂ ਨੂੰ, ਮੈਂ ਤੇ ਪਿੱਛੇ ਜੇ ਕਥਾ ਕਰਦੇ ਹਾਂ ਕਿਹਾ ਸੀ, ਇਹਨੂੰ ਮਹਿਸੂਸ ਨਾ ਕਰਿਓ। ਗੁਰੂ ਗ੍ਰੰਥ ਸਾਹਿਬ ਨੂੰ ਅੱਜ 3-4 ਤਰੀਕਿਆਂ ਨਾਲ ਪੜ੍ਹਿਆ ਜਾ ਰਿਹਾ। ਇੱਕ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਪਿਆ ਦੂਜੇ ਨੂੰ ਸੁਣਾਉਣ ਦੇ ਲਈ, ਤੇ ਜਦੋਂ ਪੜ੍ਹਦਾ ਉਹਦੇ ਮਨ 'ਚ ਸੱਚੀ ਮੁੱਚੀ ਫੁਰਨੇ ਉੱਠਦੇ ਨੇ ਕਿ ਜਦੋਂ ਅੱਜ ਸੰਗਤ ਇਕੱਠੀ ਹੋਵੇਗੀ ਮੈਂ ਆਹ ਪ੍ਰਮਾਣ ਸੁਣਾਵਾਂਗਾ। ਸੱਚ ਜੇ ਬਰੀਕੀ ਨਾਲ ਦੇਖੋ ਤੇ ਵਿੱਚੋਂ ਰਸ ਮੁੱਕਦਾ ਜਾਂਦਾ ਫਿਰ, ਕਿਉਂਕਿ ਉਹਦੇ ਸਾਹਮਣੇ ਜਿਹੜਾ ਰਸ ਬਣਨਾ ਸੀ ਉਹਦੇ ਵਿੱਚ ਕੋਈ ਦੂਜਾ ਹੋਰ ਥਾਂ ਲੈ ਰਿਹਾ, ਉਹਨੂੰ ਉਹਦੇ ਨਾਲ ਕਨੈਕਸ਼ਨ ਟੁੱਟ ਰਿਹਾ। ਇੱਕ ਇਸ ਕਰਕੇ ਪੜ੍ਹਦਾ ਸੁਣਾਉਣ ਦੇ ਲਈ, ਦੂਜਾ ਇਸ ਕਰਕੇ ਪੜ੍ਹਦਾ ਰੋਜੀ ਕਮਾਉਣ ਦੇ ਲਈ, ਤੀਜਾ ਇਸ ਕਰਕੇ ਪੜ੍ਹਦਾ ਕੌਮ ਨੂੰ ਉਲਝਾਉਣ ਦੇ ਲਈ। ਇਹ ਸ਼ਬਦ ਬੜਾ ਔਖਾ ਵੀ ਕੌਮ ਨੂੰ ਉਲਝਾਉਣ ਲਈ ਕਿਵੇਂ। ਸੱਚ ਇਹ ਵੇ ਅਨਮਤੀ ਲੋਕ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ, ਉਹਨਾਂ ਲੋਕਾਂ ਨੂੰ ਇੰਨੇ ਸ਼ਬਦ ਜ਼ਬਾਨੀ ਚੇਤੇ ਨੇ, ਪੜ੍ਹਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਨੇ, ਪਰ ਚੇਤੇ ਰੱਖਿਓ ਉਹ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਜਾਣ ਕੇ ਨਹੀਂ, ਉਹ ਵੀ ਲੋਕ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਵਿਦਵਾਨ
ਪੜ੍ਹਦੇ ਨੇ ਸਿਰਫ ਸਾਡੀ ਭੋਲੀ ਭਾਲੀ ਕੌਮ ਨੂੰ ਉਲਝਾਉਣ ਦੇ ਲਈ। ਉਹਨਾਂ ਦੀ ਭਾਵਨਾ ਸ਼ੁੱਧ ਨੇ। ਕੋਈ ਪੜ੍ਹਦੇ ਨੇ ਆਪਣਾ ਨਾਮ ਚਮਕਾਉਣ ਦੇ ਲਈ। ਮੈਂ ਸਿੱਧੀ ਬੇਨਤੀ ਕਰਾਂ, ਹੁਣ ਦੇਖੋ, ਇੱਕ ਗਿਆਨ ਹੋਵੇ ਜਿਹੜੀ ਜਾਣਕਾਰੀ ਹੈ, ਜਿਹਨੂੰ ਨੌਲੇਜ ਕਹਿੰਦੇ, ਉਹ ਤੁਹਾਡੇ ਮੇਰੇ ਕੋਲ ਹਰ ਇੱਕ ਦੀ ਜੇਬ 'ਚ ਅੱਜ ਸੱਚ ਇਹ ਸਾਡੇ ਮੋਬਾਈਲ ਫੋਨ 'ਚ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ। ਪਰ ਕੀ ਐਸ ਸੀਨੇ ਵਿੱਚ ਉਹ ਪਾਠ ਟਿਕ ਗਏ? ਗਿਆਨ ਹੈ ਇੱਕ ਚਿੱਪ ਦੇ ਵਿੱਚ। ਜੇ ਇੱਕ ਫੋਨ ਦੇ ਵਿੱਚ ਭਰੀ ਕੋਈ ਚਿੱਪ 'ਚ ਇੰਨਾ ਕੁਝ ਪਿਆ ਹੋਇਆ ਤੇ ਪਿਆਰਿਓ, ਜੇ ਇਹਦੀ ਚਿੱਪ ਵਿੱਚ ਵੀ ਸਭ ਕੁਝ ਭਰਿਆ ਜਾਏਗਾ, ਪਰ ਜੇ ਵਰਤੋਂ ਨਹੀਂ ਕਰੇਗਾ ਤੇ ਇਹਦਾ ਅਨੁਭਵ ਕਿਵੇਂ ਬਣੇਗਾ? ਸਟੋਰ ਤਾਂ ਇੱਕ ਮਸ਼ੀਨ ਕੋਲ ਵੀ ਹੈ, ਗਿਆਨ ਉਹਦੇ ਕੋਲ ਵੀ ਸਟੋਰ ਪਿਆ। ਮੈਂ ਬੇਨਤੀ ਕਰਾਂਗਾ, ਪਾਣੀ ਇੱਕ ਖੂਹ ਦਾ, ਇੱਕ ਟੈਂਕੀ ਦਾ ਹੈ। ਜਿਹੜਾ ਖੂਹ ਦਾ ਪਾਣੀ ਹੈ, ਪਹਿਲੀ ਗੱਲ ਤਾਂ ਉਹ ਰਹਿੰਦਾ ਹੀ ਜ਼ਮੀਨ ਤੋਂ ਥੱਲੇ ਵੇ, ਉੱਤੇ ਨਹੀਂ। ਟੈਂਕੀ ਜਦੋਂ ਵੀ ਬਣਦੀ ਹੈ ਮਕਾਨ ਦੇ ਸਿਖਰ ਤੇ ਬਣਦੀ ਹੈ ਜੀ, ਉੱਚੀਆਂ ਨੇ ਟੈਂਕੀਆਂ। ਪਾਣੀ ਦੋਨਾਂ ਕੋਲੇ। ਫਿਰ ਬੇਨਤੀ ਸੁਣਿਓ, ਨੌਲੇਜ ਵਾਲੇ ਕੋਲ ਵੀ ਗਿਆਨੀ ਉਹਨੂੰ ਵੀ ਅਸੀਂ ਅੱਗੇ ਮੈਂ ਦੇਖਣਾ ਵੀ ਕਿਹੜੇ ਗਿਆਨ ਦੀ ਗੱਲ ਗੁਰੂ ਸਾਹਿਬ ਵਾਰ-ਵਾਰ ਕਰ ਰਹੇ, ਕਿਉਂਕਿ ਉਹਨਾਂ ਪਿਛਲੇ ਸ਼ਲੋਕ ਵਿੱਚ ਵੀ ਕਿਰਪਾ ਕਰਕੇ ਪੌੜੀ ਨਾਲ ਵੀ ਪਿੱਛੇ ਵੀ ਕਹਿੰਦੇ ਹੈ ਕਿ ਗਿਆਨ ਨਾ ਗੱਲੀ ਢੂੰਢੀਐ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ, ਨਾਨਕ ਮੁਸੈ ਗਿਆਨ ਵਿਖੂਣੀ। ਉਹੀ ਅਰਜ਼ ਕਰਨੀ, ਕਿਹੜਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਇਹ ਨਹੀਂ ਕਿ ਮੈਂ ਉਹਦੇ ਬਾਰੇ ਕੋਈ ਦਾਅਵਾ ਪੇਸ਼ ਕਰਾਂ। ਹੁਣ ਪਾਣੀ ਟੈਂਕੀ ਵਿੱਚ, ਪਾਣੀ ਖੂਹ 'ਚ, ਪਰ ਟੈਂਕੀ ਦਾ ਪਾਣੀ ਅਨੁਭਵ ਨਹੀਂ। ਉਹ ਪ੍ਰੈਸ਼ਰ ਨਾਲ, ਜ਼ੋਰ ਨਾਲ ਪਹੁੰਚਾਇਆ ਹੋਇਆ ਪਾਣੀ ਹੈ। ਤੇ ਇਹ ਵੀ ਆਪ ਸਭ ਜਾਣਦੇ ਹੋ, ਜੇ ਕਿਤੇ ਘਰ ਦਾ ਇੱਕ ਨਲ, ਇੱਕ ਟੂਟੀ ਖੁੱਲੀ ਰਹਿ ਜਾਏ ਤੇ ਸਵੇਰ ਤੱਕ ਟੈਂਕੀ ਖਾਲੀ ਹੁੰਦੀ ਹੈ, ਕਿਉਂਕਿ ਉਹਦਾ ਅਨੁਭਵ ਨਹੀਂ। ਸਵੇਰੇ ਉਹ ਟੈਂਕੀ ਬਿਲਕੁਲ ਖਾਲੀ, ਪਰ ਖੂਹ ਨੂੰ ਤੁਸੀਂ ਰਾਤ ਭਰ, ਅੱਧੀ ਰਾਤ ਤੱਕ ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਖੂਹ ਚੋਂ ਕੱਢੀ ਜਾਓ ਤੇ ਸਵੇਰੇ ਜਾ ਕੇ ਕਹੋ ਕਦੀ ਖੂਹ ਖਾਲੀ ਹੁੰਦਾ ਦੇਖੇ? ਖੂਹ ਨਹੀਂ ਖਾਲੀ ਹੋਵੇਗਾ, ਟੈਂਕੀ ਖਾਲੀ ਹੋਵੇਗੀ। ਕਿਉਂਕਿ ਟੈਂਕੀ ਦਾ ਆਪਣਾ ਪਾਣੀ ਨਹੀਂ, ਉਹਦੇ ਨਾਲ ਪ੍ਰੈਸ਼ਰ ਨਾਲ ਪਾਣੀ ਉਹਦੇ ਵਿੱਚ ਪਹੁੰਚਾਇਆ ਗਿਆ ਹੈ, ਤੇ ਜਿਹਦਾ ਆਪਣਾ ਨਹੀਂ ਉਹ ਜ਼ਰੂਰ ਖਾਲੀ ਹੁੰਦਾ ਹੈ। ਪਰ ਪਿਆਰਿਓ, ਖੂਹ ਕਹਿੰਦਾ ਹੈ ਤੇਰੇ ਕੋਲ ਦਮ ਹੋਣਾ ਚਾਹੀਦਾ ਹੈ। ਸੱਚ ਇਹ ਵੇ, ਜਿੰਨਾ ਤੂੰ ਪਾਣੀ ਮੇਰੇ ਤੋਂ ਸ਼ਾਮ ਨੂੰ ਕੱਢ ਕੇ ਲਿਜਾਏਗਾ, ਮੈਨੂੰ ਕਿਸੇ ਦੇ ਪ੍ਰੈਸ਼ਰ ਦੀ ਲੋੜ ਨਹੀਂ, ਮੈਂ ਸਵੇਰ ਤੱਕ ਉਹਨਾਂ ਪੈਦਾ ਹੋਰ ਕਰ ਦੇਵਾਂਗਾ। ਅਨੁਭਵੀ ਗਿਆਨ ਕਦੀ ਬਾਸੀ ਨਹੀਂ ਹੁੰਦਾ। ਭਾਈ ਸਾਹਿਬ ਆਸਾ ਕੀ ਵਾਰ ਦਾ ਜ਼ਿਕਰ ਕਰ ਰਹੇ ਸਨ। ਰੋਜ਼ ਆਸਾ ਕੀ ਵਾਰ ਹਰਿਮੰਦਰ ਸਾਹਿਬ ਹੁੰਦੀ ਹੈ। ਕੋਈ ਬਦਕਿਸਮਤੀ ਹੋਵੇ ਜਿਹਨੂੰ ਸਮਝ ਨਹੀਂ, ਪਰ ਕਦੀ ਕਿਸੇ ਸਿੱਖ ਦੀ ਜ਼ਬਾਨ ਤੋਂ ਸ਼ਬਦ ਨਹੀਂ ਨਿਕਲਿਆ ਕਿ ਰੋਜ਼ ਆਸਾ ਕੀ ਵਾਰ ਕਿਉਂ ਰਿਪੀਟ ਕੀਤਾ ਜਾ ਰਿਹਾ। ਰੋਜ਼ ਰਹਿ ਰਸ ਦਾ ਪਾਠ ਹੁੰਦਾ, ਰੋਜ਼ ਜਪ ਸਾਹਿਬ ਪੜ੍ਹਿਆ ਜਾ ਰਿਹਾ, ਜਪਜੀ ਸਾਹਿਬ ਰੋਜ਼ ਅਸੀਂ ਨਿਤਨੇਮ ਕਰਨੇ। ਨਹੀਂ ਪਿਆਰਿਓ, ਖੂਹ ਅਸਲ 'ਚ ਕਿਸੇ ਸੋਮੇ ਨਾਲ ਜੁੜਿਆ ਹੈ, ਟੈਂਕੀ ਸੋਮੇ ਨਾਲ ਨਹੀਂ ਜੁੜੀ। ਜਿਹੜੀ ਨੌਲੇਜ ਹੈ ਇਹ ਧੱਕੇ ਨਾਲ, ਹੰਗਤਾ ਰਾਹੀਂ ਅੰਦਰ ਪਹੁੰਚਦੀ ਹੈ, ਪਰ ਜਿਹੜਾ ਅਨੁਭਵ ਹੈ, ਆਤਮਾ ਜਦੋਂ ਪਰਮਾਤਮਾ ਨਾਲ ਜੁੜ ਜਾਂਦੀ ਹੈ, ਸੱਚੇ ਵਿੱਚ ਜਿਹਨੂੰ ਇੱਕ ਅੱਖਰ ਵੀ ਨਹੀਂ ਪੜ੍ਹਨਾ ਆਉਂਦਾ, ਜਦੋਂ ਬੋਲਣਾ ਸ਼ੁਰੂ ਕਰੇਗਾ ਉਹਦਾ ਹਰ ਸ਼ਬਦ ਹੀ ਅਨੁਭਵ ਬਣ ਜਾਏਗਾ। ਮੇਰੀ ਬੇਨਤੀ ਹੈ, ਮੈਂ ਜਿਹੜੀ ਅਰਜ਼ ਕਰਨ ਲੱਗਾ, ਨੌਲੇਜ। ਹੁਣ ਉਹ ਗਿਆਨ, ਰੂਹਾਨੀਅਤ ਦੇ ਗਿਆਨ ਤੋਂ ਬਿਨਾਂ ਦੁਨੀਆ ਠੱਗੀ ਗਈ। ਅੱਜ ਮੇਰੇ ਮਨ ਸੀ ਕਿ ਦੇਖੋ, ਸਾਡੀ ਬਾਡੀ 'ਚ ਜਦੋਂ ਗਿਣਤੀ ਕੀਤੀ ਗਈ ਇਹਦੇ ਅੰਗਾਂ ਦੀ, ਇਹ ਵੀ ਇੱਕ ਵੱਖਰਾ ਵਿਸ਼ਾ ਹੈ। ਕਿਉਂਕਿ ਜਿਤਨੀਆਂ ਬੰਦੇ ਦੀਆਂ ਇੰਦਰੀਆਂ ਬਾਹਰ ਮੁਖੀ ਵਾਸ਼ਨਾ 'ਚ ਜਾਣਗੀਆਂ ਜਿੱਦਣ ਵੀ, ਓਨਾ ਹੀ ਉਹਦੇ ਅੰਦਰ ਦਾ ਰਸ ਨਾਮ ਦਾ ਸੁੱਕਣ ਲੱਗ ਪਏਗਾ। ਬਸ ਸਿੱਧੀ ਜੀ ਗੱਲ। ਮੇਰਾ ਖਿਆਲ ਹੈ ਉਹ ਬੰਦੇ ਨੂੰ ਪੁੱਛਣਾ ਵੀ ਨਹੀਂ ਚਾਹੀਦਾ ਕਿਸੇ ਹੋਰ ਨੂੰ। ਕਈ ਵਾਰੀ ਕਹਿੰਦੇ ਜੀ ਪਹਿਲਾਂ ਬਾਣੀ ਪੜ੍ਹਦੇ ਸਾਂ ਬੜਾ ਸਵਾਦ ਸੀ ਜੀ, ਅੱਖਾਂ 'ਚੋਂ ਪਾਣੀ ਆਉਂਦਾ ਸੀ, ਇਹਨੂੰ ਮਜ਼ਾਕ 'ਚ ਨਹੀਂ ਲਿਜਾਣਾ। ਕਿੰਨਾ ਕਿੰਨਾ ਸਮਾਂ ਅੰਦਰ ਦਾ ਰਸ ਬਣਦਾ ਸੀ, ਅੱਜ ਉਹ ਨਹੀਂ ਰਿਹਾ। ਚੇਤੇ ਰੱਖਿਓ, ਬਾਣੀ ਹੋਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿੰਨੀਆਂ ਇੰਦਰੀਆਂ ਸਬਲ ਹੋਣਗੀਆਂ, ਓਨੀ ਵਿਵੇਕ ਬੁੱਧੀ ਨਿਵਲ ਹੋ ਜਾਏਗੀ। ਹਜ਼ੂਰ ਨੇ ਬਾਣੀ 'ਚ ਬਚਨ ਵੀ ਕਹੇ ਨੇ, ਇੰਦਰੀ ਸਬਲ ਨਿਬਲ ਵਿਵੇਕ ਬੁੱਧ। ਭਗਤ ਰਵਿਦਾਸ ਜੀ। ਹੁਣ ਆਹ ਤੁਕ ਨੂੰ ਬੰਦਾ ਸਮਝ ਲੈ, ਇੰਦਰੀ ਸਬਲ, ਇੰਦਰੀਆਂ ਤਾਕਤ ਵਾਲੀਆਂ ਹੋ ਗਈਆਂ ਕਿਉਂਕਿ ਖਿੱਚ ਕੇ ਲੈ ਗਈਆਂ ਬੰਦੇ ਨੂੰ ਬਾਹਰ ਨੂੰ। ਨਿਬਲ ਵਿਵੇਕ ਬੁੱਧ, ਪਰ ਜਿਹੜੀ ਵਿਵੇਕ ਬੁੱਧੀ ਸੀ ਸੱਚੀ ਮੁੱਚੀ, ਉਹ ਨਿਬਲ ਬਲ ਤੋਂ ਰਹਿਤ ਹੋ ਗਈ। ਤੇ ਅੱਗੇ ਭਗਤ ਜੀ ਕਹਿੰਦੇ ਨੇ ਪਰਮਾਰਥ ਪ੍ਰਵੇਸ਼ ਨਹੀਂ। ਤੂੰ ਚਾਹੁੰਦਾ ਮੈਂ ਪਰਮਾਰਥ ਵਿੱਚ, ਸਪਿਰਿਚੁਅਲਿਟੀ ਵਿੱਚ
ਪ੍ਰਵੇਸ਼ ਕਰਾਂ। ਕਿਵੇਂ ਪ੍ਰਵੇਸ਼ ਕਰੇਗਾ? ਕਿਉਂਕਿ ਤੇਰੀਆਂ ਇੰਦਰੀਆਂ ਤੇਰੇ ਉੱਤੇ ਹਾਵੀ ਹੋ ਗਈਆਂ। ਮੈਂ ਰਹਾਂਗਾ ਗਿਆਨ ਸ਼ਬਦ ਤੇ, ਨਾਨਕ ਮੁਝਸੇ ਗਿਆਨ ਵਿਖਾਉਣੀ, ਖਾਏ ਗਿਆ ਜਮਕਾਲ। ਹੁਣ ਸਾਡੀ ਬੋਡੀ 'ਚ 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ। ਇਹਦਾ ਸੰਬੰਧ ਵੀ ਗਿਆਨ ਨਾਲ ਹੈ। ਪਰ ਮੈਂ ਫਿਰ ਬੇਨਤੀ ਕਰਾਂ, ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦਾ ਜ਼ਿਕਰ ਹੈ। ਇਹ ਸਾਰੀਆਂ ਗੱਲਾਂ ਦਾ ਜ਼ਿਕਰ ਜਿਹੜੇ 6 ਸ਼ਾਸਤਰ ਨੇ, ਸਾਂਖ ਸ਼ਾਸਤਰ ਵਿੱਚ ਇਹਦਾ ਜ਼ਿਕਰ ਬੜੀ ਡਿਟੇਲ ਨਾਲ ਕੀਤਾ ਗਿਆ। ਆ 5 ਤੱਤ, 5 ਕਰਮ ਇੰਦਰੇ, 5 ਗਿਆਨ ਇੰਦਰੇ, ਅੰਤਿਸ਼ੈ ਕਰਨ, 25 ਪ੍ਰਕਿਰਤੀਆਂ। ਅੱਗੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਇਹਦਾ ਸਾਰਾ ਜ਼ਿਕਰ ਕੀਤਾ ਹੈ। ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਾਂਗਾ, ਇਹ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਨੇ। ਪਰ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਸੱਚੀ ਗੱਲ ਇਹ ਵੇ ਕਿ ਸਾਨੂੰ ਬੁਲਾਰੇ ਜਿਹੜੇ ਨੇ ਇਮੋਸ਼ਨਲ ਕਰਕੇ ਸਾਡਾ ਧਿਆਨ ਕਨਵਰਟ ਕਰਦੇ ਆ, ਉਹ ਦੂਜੇ ਪਾਸੇ ਖਿੱਚ ਕੇ ਲੈ ਜਾਂਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ 'ਚੋਂ ਜਦੋਂ ਅਸੀਂ ਗਿਆਨ ਇੰਦਰੀਆਂ ਦੀ ਗੱਲ ਕਰਨੇ ਆ, ਕਿਉਂਕਿ ਨਾਨਕ ਮੁਝਸੇ ਗਿਆਨ ਵਿਖਾਉਣੀ। ਹੁਣ ਗਿਆਨ ਇੰਦਰੇ ਕਿਹੜੇ ਨੇ? 5 ਜੀ। ਹਾਲਾਂਕਿ 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ। 5 ਕਰਮ ਇੰਦਰਿਆਂ ਦੇ ਵਿੱਚ ਸਾਡੇ ਹੱਥ ਨੇ, ਸਾਡੇ ਪੈਰ ਨੇ, ਸਾਡਾ ਮੂੰਹ ਹੈ, ਇਹ ਕਰਮ ਇੰਦਰਾ ਹੈ। ਜੀਭ ਕਰਮ ਇੰਦਰਾ ਨਹੀਂ, ਉਹ ਗਿਆਨ ਇੰਦਰਾ ਹੈ। ਸਾਡੇ ਹੱਥ ਨੇ, ਸਾਡੇ ਪੈਰ ਨੇ, ਸਾਡਾ ਮੂੰਹ ਹੈ, ਇਨਸਾਨ ਦੀ ਜਨਨ ਇੰਦਰੀ ਹੈ ਤੇ ਮਲ ਦੁਆਰੇ। ਇਹ 5 ਜਿਹੜੇ ਨੇ ਬੋਡੀ ਦੇ ਕਰਮ ਇੰਦਰੇ ਨੇ, ਇਹ ਕਰਮ ਕਰ ਰਹੇ ਨੇ। ਉਸ ਤੋਂ ਬਾਅਦ ਜਿਹੜੇ 5 ਗਿਆਨ ਇੰਦਰੇ ਨੇ, ਇਹਨਾਂ ਤੋਂ ਬਿਨਾਂ ਬਾਹਰ ਦਾ ਗਿਆਨ ਆ ਹੀ ਨਹੀਂ ਸਕਦਾ। ਸੱਚ ਇਹ ਵੇ, ਇਹ ਇੰਦਰੀਆਂ ਨੂੰ ਸਹੀ ਕੋਈ ਵਰਤਨ ਲੱਗ ਪਵੇ ਤੇ ਅੰਦਰ ਦੇ ਗਿਆਨ ਵਿੱਚ ਵੀ ਸਹਾਇਕ ਹੁੰਦੇ ਨੇ। ਇਹ ਗਿਆਨ ਇੰਦਰੀਆਂ ਵਿੱਚੋਂ 5 ਦੀ ਅਸੀਂ ਗਿਣਤੀ ਕਰ ਲੈਂਦੇ ਹਾਂ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਨੇ ਸਾਡੀਆਂ ਅੱਖਾਂ, ਸਾਡੇ ਨੇਤਰ। ਜੋ ਕੁਝ ਆਪ ਦੇਖਦੇ ਪਏ ਹੋ, ਇਸ ਦ੍ਰਿਸ਼ਟਮਾਨ ਦਾ ਗਿਆਨ ਜੇ ਕਿਸੇ ਨੇ ਪਹੁੰਚਾਇਆ ਤੇ ਸਾਡੀਆਂ ਅੱਖਾਂ ਨੇ ਪਹੁੰਚਾਇਆ ਹੈ। ਅੱਖਾਂ ਗਿਆਨ ਇੰਦਰਾਂ ਨੇ, ਕੰਨ ਸਾਡੇ ਗਿਆਨ ਇੰਦਰਾਂ ਨੇ। ਕੰਨਾਂ 'ਚੋਂ ਸ਼ਬਦ ਅਸੀਂ ਸੁਣੇ। ਸੱਚ ਇਹ ਵੇ, ਜੇ ਕਿਤੇ ਪਰਮਾਤਮਾ ਦਾ ਬਣਾਇਆ ਹੋਇਆ ਕੰਨ ਗਿਆਨ ਇੰਦਰਾ ਕੰਮ ਨਾ ਕਰੇ, ਇਹਦੇ ਨਾਲ ਦੂਜੇ ਗਿਆਨ ਇੰਦਰਾ ਆਪਣੇ ਆਪ ਡੈਡ ਹੋ ਜਾਂਦਾ ਹੈ। ਜਿਹਦੇ ਕੰਨ ਬੋਲੇ ਹੋਣਗੇ ਉਹ ਜਮਾਂਦਰੂ ਗੂੰਗਾ ਵੀ ਜ਼ਰੂਰ ਹੋਵੇਗਾ, ਕਿਉਂਕਿ ਕੰਨ ਨੇ ਗਿਆਨ ਦੇਣਾ ਸੀ ਬੋਲਣ ਨੂੰ। ਟੌਪਿਕ ਤੋਂ ਦੂਰ ਨਹੀਂ ਜਾਵਾਂਗੇ। ਨਾਨਕ ਮੁਝਸੇ ਗਿਆਨ ਵਿਖਾਉਣੀ, ਖਾਏ ਗਿਆ ਜਮਕਾਲ। ਕਿਹੜਾ ਗਿਆਨ ਜਿਹਦੇ ਕਰਕੇ ਠੱਗਿਆ ਗਿਆ? ਮੈਂ ਅਰਜ਼ ਕਰਾਂਗਾ, ਪਹਿਲੇ ਗਿਆਨ ਇੰਦਰਾ ਮੈਂ ਸ਼ਬਦ ਵਰਤੇ ਹੈ ਕਿ ਸਾਡੀਆਂ ਅੱਖਾਂ ਨੇ। ਇਹਨਾਂ ਅੱਖਾਂ ਦੇ ਰਾਹੀਂ ਸਾਡੇ ਅੰਦਰ ਬਹੁਤ ਗਿਆਨ ਜਾਂਦਾ ਹੈ। ਆਹ ਲਿਪੀ ਦੇ ਜਿਹੜੇ ਜਾਂ ਅੱਖਰ ਅਸੀਂ ਪੜ੍ਹਨੇ ਆ, ਲਿਪੀ ਪੜ੍ਹਨੇ ਆ, ਇਹ ਅੱਖਰ ਸਾਡੀਆਂ ਅੱਖਾਂ ਦੇ ਰਾਹੀਂ ਅੰਦਰ ਗਏ ਨੇ ਨਾ। ਠੀਕ ਹੈ, ਸਾਡੇ ਦਿਮਾਗ ਨੇ ਹੁਣ ਚੇਤੇ ਕੀਤਾ, ਪਰ ਅੱਖਰਾਂ ਦੀ ਬੰਤਰਤਾ ਸਾਡੀਆਂ ਅੱਖਾਂ ਨੇ ਅੰਦਰ ਪਹੁੰਚਾਈ। ਪਰ ਇਹਨਾਂ ਦੇ ਗਿਆਨ ਕੱਲਾ ਜੇ ਕੋਈ ਪੰਜਾਬੀ ਪੜ੍ਹਦਾ, ਇਹ ਅੱਖਾਂ ਪੰਜਾਬੀ ਤੱਕ ਸੀਮਿਤ ਨਹੀਂ। ਜਿਹੜਾ ਵੀ ਦ੍ਰਿਸ਼ ਆਪ ਜੀ ਇਹਨਾਂ ਨੂੰ ਦਿਖਾਓਗੇ, ਇੱਕ ਚਾਈਨੀਜ਼ ਭਾਸ਼ਾ 'ਚ ਲਿਖਿਆ ਹੋਇਆ ਜਾਂ ਉਹਨਾਂ ਦੀ ਲਿਪੀ 'ਚ ਲਿਖਿਆ ਕੋਈ ਕਿਤਾਬ, ਜੇ ਮੈਨੂੰ ਕਹੋਗੇ ਮੇਰੀਆਂ ਅੱਖਾਂ ਕਹਿਣਗੀਆਂ ਕੀ ਕਾਂਟੇ ਮਾਰੇ ਨੇ। ਤੇ ਜੇ ਉਹਦੀਆਂ ਅੱਖਾਂ ਨੂੰ ਮੇਰੀ ਤੁਸੀਂ ਲਿਪੀ ਦਿਖਾਓ ਤੇ ਆਪਣੀ ਲਿਪੀ ਅਸੀਂ ਦਿਖਾਈ, ਉਹ ਕਹੇਗਾ ਇਹ ਕੀ ਲਕੀਰਾਂ ਦੀਆਂ ਮਾਰੀਆਂ। ਨਹੀਂ, ਅੱਖਾਂ ਉਹਦੀਆਂ ਵੀ ਨੇ, ਅੱਖਾਂ ਮੇਰੀਆਂ ਵੀ ਨੇ। ਪਰ ਉਹਦੀਆਂ ਅੱਖਾਂ ਨੇ ਗਿਆਨ, ਜਿਹਨੂੰ ਆਪਾਂ ਕਾਂਟੇ ਕਹਿ ਰਹੇ ਹਾਂ, ਉਹ ਧਿਆਨ ਨਾਲ ਪੜ੍ਹਦਾ ਹੈ, ਕਿਉਂਕਿ ਉਹਦੀਆਂ ਅੱਖਾਂ ਨੂੰ ਇਹ ਗਿਆਨ ਹੈ, ਮੇਰੀਆਂ ਅੱਖਾਂ ਨੂੰ ਇਹ ਗਿਆਨ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਮੇਰੀਆਂ ਅੱਖਾਂ ਗੁਰਮੁਖੀ ਦੇ ਗਿਆਨ ਤੋਂ ਬਾਅਦ ਖਤਮ ਨੇ। ਇਹ ਗਿਆਨ ਇੰਦਰਾ ਹੈ ਪਿਆਰਿਓ, ਕੱਲਾ ਹੀ ਨਹੀਂ। ਸੱਚ ਇਹ ਵੇ, ਇਹ ਗਿਆਨ ਇੰਦਰਾ ਜਦੋਂ ਅਗਿਆਨਤਾ ਦਾ ਕੂੜਾ ਅੰਦਰ ਸੜਦਾ ਹੈ ਨਾ, ਹੈ ਗਿਆਨ ਇੰਦਰਾ, ਪਰ ਇਹ ਜਦੋਂ ਅਗਿਆਨਤਾ ਅੰਦਰ ਸੜਦਾ ਤੇ ਬੰਦੇ ਦੀ ਤਬਾਹੀ ਕਰ ਦਿੰਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ, 83% 83% ਮੈਂ ਸ਼ਬਦ ਵਰਤਾ, ਪ੍ਰਤੀਸ਼ਤ। 83% ਬੰਦੇ ਦੇ ਅੰਦਰ ਦੀ ਵਾਸ਼ਨਾ ਜਿੰਨੀ ਵੀ, ਉਹ ਸਾਡੀਆਂ ਅੱਖਾਂ ਦੇ ਅੰਦਰ ਸੱਟੀ ਹੋਈ ਹੈ। ਗਿਆਨ ਇੰਦਰਾ, ਪਰ ਅਗਿਆਨ ਵੀ ਅੰਦਰ ਸੱਟ ਰਿਹਾ। ਫਿਰ ਬੇਨਤੀ ਕਰਾਂਗਾ, ਅੱਖਾਂ ਗਿਆਨ ਇੰਦਰਾ ਨੇ, ਕੰਨ ਗਿਆਨ ਇੰਦਰਾ ਨੇ। ਜੇ ਸ਼ਬਦ ਕੰਨ ਨੂੰ ਸਮਝ ਨਾ ਪੈਂਦਾ, ਜੇ ਹੋਰ ਥੋੜਾ ਜਿਹਾ ਜਾਓਗੇ ਨਾ, ਕਦੀ ਮੌਕਾ ਮਿਲਿਆ, ਸਿਰਫ ਬਾਡੀ ਦੀ ਆਪਾਂ ਜੇ ਗੱਲ ਕਰਾਂਗੇ। ਮੈਂ ਉਸ ਦਿਨ ਵੀ ਕਿਹਾ ਕਿ ਬਾਡੀ ਨੂੰ ਇੰਨਾ ਨਿੰਦੋ ਨਾ, ਕਿਉਂ ਅਸੀਂ ਪਿੱਛੇ ਪੈ ਗਿਆ ਡਾਂਗ ਲੈ ਕੇ, ਉਹ ਬਾਡੀ ਆ। ਇਹ ਗੁਰੂ ਸਾਹਿਬ ਕਹਿੰਦੇ ਨੇ, ਤੂੰ ਇੱਕ ਪਾਸੇ ਕਹੀ ਜਾਂਦਾ ਵਡਭਾਗੀ ਮਿਲੀ, ਦੁਲੱਭ ਦੇ ਮਿਲੀ, ਤੇ ਦੁਲੱਭ ਦੀ ਇੰਨੀ ਬੇਇੱਜ਼ਤੀ ਕਰੀਦੀ ਹੁੰਦੀ। ਦੁਲੱਭ ਮਿਲੀ ਹੈ, ਅਸੀਂ ਸਾਰੇ ਮੰਨਦੇ ਹਾਂ,
ਤੇ ਜਿੰਨੀ ਇਹਦੀ ਬੰਦਾ ਬੇਇੱਜ਼ਤੀ, ਖਾਸ ਕਰਕੇ ਮੈਂ ਬੇਨਤੀ ਕਰਾਂ ਸਿੱਖ ਇਹਨੂੰ ਸ਼ਬਦ ਮਹਿਸੂਸ ਨਾ ਕਰਿਓ, ਅਸੀਂ ਇਹਦੇ ਪਿੱਛੇ ਡਾਂਗ ਚੁੱਕ ਕੇ ਤੁਰੇ ਹੋਏ। ਇਹ ਦੇਹਧਾਰੀ, ਮੈਂ ਬੇਨਤੀ ਕਰਾਂਗਾ, ਮੈਂ ਉਸ ਗੱਲ ਨਾਲ ਬਿਲਕੁਲ ਸਹਿਮਤ ਹਾਂ, ਗੁਰੂ ਘਰ ਵਿੱਚ ਆਦਿ ਕਾਲ ਤੋਂ ਸ਼ਬਦ ਦੀ ਮਹਾਨਤਾ ਹੈ, ਪਰ ਜਿਹੜੀ ਬੋਡੀ ਰੱਬ ਦੇ ਨਾਮ ਨਾਲ ਜੁੜ ਜਾਂਦੀ ਉਹਨੂੰ ਨਿੰਦੋ ਨਾ, ਕਿਉਂਕਿ ਉਹ ਬੋਡੀ ਵੀ ਪ੍ਰਵਾਨ ਹੋ ਜਾਂਦੀ ਹੈ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਹਾਲਾਂਕਿ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਸ਼ਾਰੋ। ਬੋਡੀ ਦਾ ਤੇ ਕਨਸੈਪਟ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਗਹਿਰਾ ਹੈ, ਬੜੇ ਕਮਾਲ ਦਾ ਇਹ ਵਿਸ਼ਾ ਹੈ ਬੋਡੀ ਦਾ। ਤੇ ਕਦੀ ਇਸ ਵਿਸ਼ੇ ਤੇ ਬਹੁਤ ਘੱਟ ਬੋਲਿਆ ਗਿਆ ਜੀ ਸਾਡੇ, ਕਿਉਂਕਿ ਅਸੀਂ ਜੇ ਪ੍ਰਮਾਣ ਸ਼ੁਰੂ ਕਰਨੇ ਆ, ਮਾਨਸ ਦੇ ਵਡਭਾਗੀ ਭਾਈ ਸ਼ਬਦ ਕਹਿ ਦਿੱਤਾ, ਮਾਨਸ ਜਨਮ ਦਲੰਭ ਹੈ। ਕਿਉਂ ਦਲੰਭ ਹੈ? ਇਹਦੇ 'ਚ ਹੈ ਕੀ ਕੁਝ? ਇੱਕ ਤਾਂ ਹੈ ਬਾਹਰ ਮੁਖੀ ਸਟਰਕਚਰ ਢਾਂਚਾ, ਇਹਨੂੰ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਇਹ ਸਟਰਕਚਰ ਹੈ ਨਾ ਜੀ। ਹਾਟ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਇਹ ਢਾਂਚਾ ਹੈ ਜੇ ਵੀ ਬੋਡੀ। ਜੇ ਥੋੜਾ ਜਿਹਾ ਹੋਰ ਜਾਓ ਇਹ 'ਚ ਹੋਰ ਵੀ ਬਹੁਤ ਕੁਛ। ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਉਹ ਵੀ ਬੋਡੀ 'ਚ ਸਟਰਕਚਰ ਦੇ ਵਿੱਚ ਹੀ ਉਹ ਕੁਛ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋ ਨਾ ਸੁਣੈ ਪੁਕਾਰਾ। ਜੇ ਇਸ ਤੋਂ ਅੱਗੇ ਨਿਕਲੀਏ ਤੇ ਬਾਣੀ 'ਚ ਸ਼ਬਦ ਹੁੰਦਾ ਹੈ ਕਿ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਇਹ ਵੀ ਬੋਡੀ। ਫਿਰ ਬੇਨਤੀ ਕਰਾਂ, ਧਿਆਨ ਨਾਲ ਸੁਣਿਓ, ਇਸੇ ਬੋਡੀ ਨੂੰ ਗੁਰੂ ਨੇ ਕਿਹਾ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਗੀ ਮੈਂ ਇਸਕਾ ਵਿਸ਼ਰਾਮ। ਦੇਖੋ ਇਹ ਬੜਾ ਗਹਿਰਾ ਵਿਸ਼ਾ, ਕਦੋਂ ਫੁਰਨਾ ਕਦੋਂ ਬਣਦਾ ਹੈ, ਵਕਾਰ ਕਦੋਂ ਬਣਦਾ ਹੈ, ਕਿਵੇਂ ਮਨ ਵਿਚਾਰਾ ਤਰਲੇ ਲੈਂਦਾ ਪਿਆ। ਅਸੀਂ ਚਾਹੁੰਦੇ ਸਾਰੇ ਹਾਂ ਕਿ ਮਨ ਦੀ ਗੱਲ ਸ਼ੁਰੂ ਹੋਵੇ, ਪਰ ਮਨ ਇੰਨਾ ਚਲਾ ਕੇ ਇਹ ਇੰਨਾ ਕੁ ਭੈੜੀ ਸੰਗਤ 'ਚ ਬਹਿ ਚੁੱਕਾ ਹੈ, ਜਿੱਥੇ ਇਹਦੇ ਮਰਨ ਦੀ ਗੱਲ ਚੱਲਦੀ ਉੱਥੇ ਬੰਦੇ ਨੂੰ ਚੁਟਕੀ ਬਾਹਰ ਲੈ ਜਾਂਦਾ, ਉਹਦੇ ਵਿਰੋਧ ਕਰ ਦੇਗਾ। ਤੇ ਮੈਂ ਫਿਰ ਬੇਨਤੀ ਕਰਾਂਗਾ, ਧਿਆਨ ਨਾਲ ਸੁਣਿਓ, ਕਿ ਅੱਖਾਂ ਗਿਆਨ ਇੰਦਰਾ ਨੇ, ਪਰ ਜਦੋਂ ਅਗਿਆਨਤਾ ਦੀ ਹਨੇਰੀ ਅੰਦਰ ਸੜਦੀਆਂ ਨੇ ਤਬਾਹੀ ਹੋ ਜਾਂਦੀ। ਕੰਨ ਸਾਡੇ ਗਿਆਨ ਇੰਦਰਾ ਨੇ, ਜੇ ਇਹ ਸ਼ਬਦ ਨਾ ਸੁਣਦੇ ਤੇ ਜ਼ਬਾਨ ਨੂੰ ਬੋਲਣ ਦੀ ਕਿੱਥੇ ਜਾ ਚਾਹੁੰਦੀ। ਹਾਂ ਇਹ ਵੀ ਜ਼ਰੂਰ ਹੈ, ਜੇ ਅੱਖਾਂ ਨਾ ਗਿਆਨ ਇੰਦਰਾ ਕੰਮ ਕਰਨ, ਕੱਲੇ ਕੰਨ ਕੰਮ ਕਰਦੇ ਹੋਣ ਤੇ ਤਾਂ ਵੀ ਬੰਦੇ ਦਾ ਸਰ ਜਾਂਦਾ ਹੈ, ਕਿਉਂਕਿ ਕੰਨਾਂ 'ਚ ਗਿਆ ਹੋਇਆ ਸ਼ਬਦ ਜ਼ਿਹਨ ਵੀ ਚਲਾ ਜਾਂਦਾ ਹੈ। ਅੱਖਾਂ ਦੀ ਐਨਰਜੀ ਹੈ ਨਹੀਂ, ਤੇ ਉਹ ਜਿਹੜਾ ਸ਼ਬਦ ਅਸੀਂ 20 ਵਾਰੀ ਪੜ੍ਹ ਕੇ ਚੇਤੇ ਕਰਨੇ ਆ, ਜਿਹਦੀਆਂ ਅੱਖਾਂ ਨਹੀਂ ਉਹ 3 ਕੁ ਵਾਰੀ ਪੜ੍ਹੇ ਤੇ ਚੇਤੇ ਹੋ ਜਾਂਦਾ ਹੈ, ਕਿਉਂਕਿ ਉਹਦੇ ਕੋਲ ਅੱਖਾਂ ਦੇ ਖੰਡਾਅ ਵਾਲੀ ਐਨਰਜੀ ਖਤਮ ਹੋ ਚੁੱਕੀ ਹੈ। ਇਹੀ ਕਾਰਨ ਸੂਰਮੇ ਸਿੰਘ ਕਿੰਨੀ ਛੇਤੀ ਬਾਣੀ ਚੇਤੇ ਕਰਦੇ ਨੇ, ਉਹਨਾਂ ਨੂੰ ਰਾਹ ਨਹੀਂ ਭੁੱਲਦਾ। ਭਾਈ ਸਾਹਿਬ ਐਸਨ ਭਾਈ ਗੁਰਮੇਜ ਸਿੰਘ ਜੀ, ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖ ਦਿੱਤਾ ਉਹਨਾਂ ਬਰੇਲ ਲਿਪੀ 'ਚ, ਕਿਉਂਕਿ ਅੱਖਾਂ ਦੀ ਐਨਰਜੀ ਬਾਹਰ ਖਿੰਡੀ ਨਹੀਂ ਹੋਈ। ਜਿਹੜੀ ਐਨਰਜੀ ਨੇ ਬਾਹਰ ਭਜਾਣਾ ਸੀ ਉਹ ਅੰਤਰਮੁਖੀ ਹੋ ਗਈ। ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਅੱਖਾਂ ਦੀ ਜੋਤ ਨਹੀਂ, ਪਰ ਉਸ ਐਨਰਜੀ ਦੀ ਵਰਤੋਂ ਇੰਨੀ ਜ਼ਿਆਦਾ ਕੀਤੀ ਜਾਂਦੀ, ਫਿਰ ਸਹੀ ਰਸਤੇ ਤੇ ਤੋਰ ਦਿੰਦੀ। ਮੈਂ ਅਰਜ਼ ਕਰਾਂ, ਅੱਖਾਂ ਗਿਆਨ ਇੰਦਰਾ ਨੇ, ਕੰਨ ਗਿਆਨ ਇੰਦਰਾ ਨੇ, ਸਾਡੀ ਜੀਭ ਗਿਆਨ ਇੰਦਰ ਹੈ। ਇਹ ਸਾਰਿਆਂ ਦੇ ਗੁਣ ਨੇ ਜਿਨ੍ਹਾਂ ਨੂੰ ਇਹ ਜਾਣਦੇ ਨੇ। ਅੱਖਾਂ ਰੂਪ ਦਾ ਗਿਆਨ ਇੰਦਰਾ ਨੇ, ਕੰਨ ਸ਼ਬਦ ਦਾ ਗਿਆਨ ਇੰਦਰਾ ਨੇ, ਜੀਭ ਸਾਡੀ ਜਿਹੜੀ ਹੈ ਇਹ ਰਸ ਦਾ ਗਿਆਨ ਇੰਦਰ ਹੈ। ਰੱਬ ਨੇ ਸੁਰਾਖ ਦਿੱਤੇ ਨੇ 2 ਨੱਕ ਨਾਸਕਾਂ। ਹਾਲਾਂਕਿ ਡਾਕਟਰ ਸਾਹਿਬ ਨੱਕ ਕੰਨ ਤੇ ਗਲੇ ਦਾ ਡਾਕਟਰ ਇੱਕੋ ਹੀ ਹੈ ਨਾ। ਨੱਕ ਵਿੱਚ ਵੀ 2 ਸੁਰਾਖ, ਕੰਨ ਵਿੱਚ ਵੀ 2 ਸੁਰਾਖ, ਤੇ ਗਲਾ ਵੀ ਤੇ ਇੱਕ ਸੁਰਾਖ ਹੈ ਨਾ। 3 ਸੁਰਾਖਾਂ ਦਾ ਜੀ। ਪਰ ਕਮਾਲ ਦੀ ਗੱਲ, ਕਦੀ ਇਹ 3 ਦਾ ਸਿਸਟਮ ਅੰਦਰੋਂ ਇੱਕ ਇਹੀ ਹੈ ਨਾ ਜੀ, ਪਰ ਕਦੀ ਨੱਕ ਦੀਆਂ ਆ 2 ਮੋਰੀਆਂ ਕੋਲ ਸ਼ਬਦ ਲਾ ਕੇ ਕਹੋ ਇਹ ਕਦੀ ਸੁਣ ਸਕੇਗਾ? ਕੰਨ ਦੀ ਮੋਰੀ ਦੇ ਕੋਲ ਫੁੱਲ ਲਾਓ ਤੇ ਸੁਗੰਧੀ ਲੈ ਸਕੇਗਾ? ਪਰਮਾਤਮਾ ਦੀ ਦੇਖੋ ਅਦਭੁਤ ਖੇਡ। ਗਿਆਨ ਇੰਦਰੇ ਫਿਜ਼ੀਕਲ ਤੌਰ ਤੇ ਅੰਦਰੋਂ ਸਿਸਟਮ ਇੱਕ ਚੱਲਦਾ ਪਿਆ, ਪਰ ਕੰਨ ਵੱਖਰੇ ਗਿਆਨ ਇੰਦਰਾ ਨੇ, ਨੱਕ ਵੱਖਰੇ ਨੇ, ਜੀਭ ਵੱਖਰੀ ਹੈ। ਬੇਨਤੀ ਕਰਾਂਗਾ, ਉਸ ਤੋਂ ਬਾਅਦ ਸਾਡਾ 5ਵਾਂ ਗਿਆਨ ਇੰਦਰਾ ਹੈ ਸਾਡੀ ਤੁਚਾ ਚਮੜੀ ਸਕਿਨ। ਇਹ ਸਾਡਾ ਗਿਆਨ ਇੰਦਰ ਹੈ। ਇਹਨਾਂ 5 ਗਿਆਨ, ਇਹ ਬੇਨਤੀ ਹੈ ਵੀ ਇਹਨੂੰ ਇਹ ਨਾ ਸਮਝੋ ਕਿਹੜੀਆਂ ਗੱਲਾਂ ਸ਼ੁਰੂ ਹੋ ਗਈਆਂ। ਮੈਂ ਅਰਜ਼ ਕਰਨੀ ਚਾਹੁੰਦਾ, ਗਿਆਨ ਦੇ ਅਰਥ ਕੀ ਸਨ ਗੁਰੂ ਘਰ 'ਚ। ਹੁਣ ਇਹ ਵੀ ਗਿਆਨ ਇੰਦਰੇ ਨੇ। ਇਹ 5 ਦਾ ਕਿੰਨਾ ਦਾ ਗਿਆਨ ਲੈਂਦੇ ਨੇ? ਇਹ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ,
इन्हां पंजां दा ज्ञान जिहड़े जानते ने साडे ये पंज ज्ञान दरे ने। मैं बेनती करा, इंसान को नॉलेज है ना ज्ञान इंद्रियां रही, पर अगे मन ने पालना नहीं की, अनुभव च नहीं उतर सकिया। जबान ने शब्द चेता कर लिया, पर मन अनुभव च नहीं उतरिया। गुरु ग्रंथ साहिब चो आओ पुछिए महाराज ज्ञान की है। कबीर साहब वेद पाठी नहीं, कबीर साहब मंदिर च आरती उतारन वाले नहीं। उन्हों का एक शब्द मैं तुहाडे नाल साझा करांगा, किहड़ा ज्ञान उहदे विचों शब्द वरदे ने। आओ लोको मेरे अंदर एक हनेरी आ गई, गौड़ी राग का शब्द है जी। किहड़ा ज्ञान जिहदे तो बिना दुनिया ठगी गई। वो कबीर साहब का शब्द है, देखो भाई ज्ञान की आई आंदी। जिस ज्ञान तो बिहूणी दुनिया ठगी गई, वो कहते ने देखो लोको ज्ञान की हनेरी आ गई। तो उन्होंने उदाहरण लईए एक छप्पर की, एक झौंपड़ी की, एक कखां की कुली की। उंज शब्द एक वरतिया उन्होंने टाटी। मैं फिर बेनती कर दियांगा, शब्द बड़े गहरे ने। जिहड़ा तुसी बाथरूम वास्ते भी शब्द वरते हो ना, मैनूं बख्श दिया जे, टाटी शब्द विष्टा दा अर्थ नहीं। असल च शब्द वरतों च नहीं सही तरीके नाल कीता गया। टाटी का आखरी अर्थ हुंदा खिड़की, जां टाटी का आखरी अर्थ हुंदा कि एक छप्पर का बनिया होया ओट आसरा। ये तो फिर शब्द बन गया, लोग आसरा करके ओट करके बहिंदे सन। वो असल च समझ ही नहीं सके भी ये शब्द टाटी जिहड़ा है ये छपरी वास्ते वे, पर कि जिस चीज़ की ओट लई वो बंदे ने अपनी बॉडी वास्ते वरतना शुरू करता। फिर मैं बेनती करा, वो कहते कि छप्पर बने की है, ज्ञान की हनेरी ने की कुछ किया। कहते छप्पर बने तुसी सारे जानते हो, क्योंकि इन्हां शब्दों के अर्थ मॉडर्न तरीके नाल नहीं होने। फिर भी सानू अपने पिछोकड़ जाना पेगा। हुण एक छप्पर जदों बनाते सां, उहदे उत्ते एक वड़ा पाते सां, शतीर कहंदे सन ना, वड़ा पाना। उस वले दे थल्ले दो थम्मियां दित्तियां हुंदियां सन, घट्टो घट्ट दो थम्मियां उत्ते वड़ा, वले दे उत्ते छप्पर, ते ओहदे थल्ले फिर घर दा साजो समान रखिया हुंदा सी। ते जिहड़ी वो टाटी सी ਉਹਨੂੰ रस्सियां दे नाल घुट के छपरी नूं बन्निया हुंदा सी। यही ना तीन चार चीज़ां, एक रस्सियां, दूजे दो, एक वड़ा, दो थम्मियां, थल्ले पिया होया समान। कहंदे ने ओ देखो परमात्मा दी खेड वापरी। गुरु दे शब्द ने मेरे अंदर खनेरी पैदा कर दी। सब तो पहली गल जिहड़ी घुट के बनी कोई छपरी से इन्नी तेज हवा हुई छपरी उड पुडी गई। कहंदे उस तो बाद जिहड़ियां दो थम्मियां सन वो भी थड़ा करके थल्ले डिगियां। जदों थम्मियां डिगियां तो उपर वाला शतीर भी थल्ले डिगा, थल्ले जिहड़े पए भांडे सन चकना चूर हो गए। कहंदे उदों बाद फिर मीह पिया, हनेरी ने सब कुछ उड़ा दिता। उदों बाद मीह पिया, मीह इन्ने जोर दा पिया सब कुछ भिज गया, साफ हो गया। कहंदे मीह हटन तो बाद फिर सूरज निकलिया ते कमाल दी गल छपरी तां ना रही, हर पासे चमक ही चमक दिसन लग पई। इनू थोड़े जे भाव अर्थ दे लईए की एक कहानी है सारी। भगत जी कहते देखो भाई ज्ञान की आई आंधी, किताबां पढ़ के निकली, सिमरन करदियां करदियां शब्द का अभ्यास करदियां करदियां गुरु गुरु पुकारदियां अंदर एक रूहानियत की खनेरी आ गई। सब है उटानी भ्रम की टाटी जेड़े मेरे अंदर भरम पे हुए सन। भरम शब्द भी बड़ा गहरा है। जेड़े अंदर भरम पे सन, ये चंगा ये मंदा, सच्ची मुच्ची भरम ही जदों धर्म बन जाता है तो उदों लोग खुद ही भटक जाते होंगे। भरम पै गया, वो भरम सारे खत्म हो गए। उंज भरम के आखरी अर्थ ने कि जिस चीज़ नूं असी वेखदे कुछ होइए ते नेड़े जाइए तो कुछ होर नज़र आए, ये भरम है। सड़क ते दूरों इंज लगता है गर्मी च पानी तुरिया आ रहा है, पर नेड़े जाइए तो कली तपश होवे, पानी होवे। चमकदी कोई रेत पानी दिसे, पर नेड़े जाओ पानी है नहीं, भरम है। कहते जेड़ा ये भरम मेरे सी, इनू साहब ने बाणी विच क्या माधो क्या कही है भ्रम ऐसा, माधवे क्या कही है भ्रम ऐसा, जैसा मानिए होए ना तैसा। भरम सब तो पहला ज्ञान ने मेरे भरम चुक दिता। मेरा भरम सी मैं शरीर खां, ज्ञान दी हनेरी ने क्या नहीं तू शरीर नहीं, ऐसे कर हम बहुत गसाए जब हम राम गर्भ होए आए।
ਇਹ ਤੂੰ ਸਰੀਰ ਨੂੰ ਹੀ। ਮੇਰੇ ਭਰਮ ਨੇ ਕਿਹਾ ਇਹ ਮੇਰਾ ਪਰਿਵਾਰ ਹੈ, ਪਰ ਜਦੋਂ ਗਿਆਨ ਦੀ ਹਨੇਰੀ ਆਈ ਉਹਨੇ ਕਹਿ ਦਿੱਤਾ ਨਹੀਂ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਹੈ ਸਮਝ ਪੈ ਜਾਣੀ ਗਿਆਨ ਦੀ, ਗਿਆਨ ਰੱਖੀ। ਮੇਰੇ ਭਰਮ ਨੇ ਕਿਹਾ ਆ ਪਰਿਵਾਰ, ਆ ਸੰਸਾਰ ਜੋ ਕੁਝ ਕਮਾਇਆ ਮੇਰਾ, ਤੇ ਜਦੋਂ ਗੁਰੂ ਦੇ ਗਿਆਨ ਦੀ ਹਨੇਰੀ ਝੁੱਲੀ ਉਹਨਾਂ ਕਹਿ ਦਿੱਤਾ ਨਹੀਂ ਨਹੀਂ, ਤੇਰੇ ਤੋਂ ਪਹਿਲਾਂ ਵੀ ਬਹੁਤ ਦੁਨੀਆ ਤੋਂ ਹੋ ਚੁੱਕੇ ਨੇ। ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਏ। ਇਹ ਭਰਮ ਜੇ ਦੇਖੋਗੇ ਡਿਟੇਲ ਨਾਲ, ਬੜਾ ਭਰਮ ਕੀ ਟਾਟੀ ਜਿਹੜੀ ਭਰਮ ਦੀ ਛਪੜੀ ਸੀ। ਸਰੀਰ ਮੇਰਾ, ਪਤਾ ਲੱਗਾ ਨਹੀਂ ਇਹ ਭਰਮ ਹੈ, ਜੋ ਦਿਸ ਰਿਹਾ ਇਹਨੇ ਕੱਲ ਨੂੰ ਦਿਸਣਾ ਨਹੀਂ। ਮੇਰੀ ਫਿਰ ਬੇਨਤੀ ਸੁਣਿਓ, ਭਰਮ ਦਾ ਅਰਥ ਹੈ ਜੋ ਕੁਝ ਮੰਨੇ। ਹੁਣ ਅਸੀਂ ਬੈਠੇ ਹਾਂ, ਜ਼ਿਆਦਾ ਦੂਰ ਨਾ ਜਾਓ। ਆਪਣੀਆਂ ਫੋਟੋ ਜਿਹੜਾ ਹਰ ਸਾਲ ਖਿੱਚਦਾ ਹੈ ਨਾ, ਆਪਣੀ ਫੋਟੋ ਨੂੰ ਸਾਲ ਬਾਅਦ ਖਿੱਚ ਕੇ ਦੇਖ ਲਿਆ ਕਰੋ ਕਿ ਇਹ ਭਰਮ ਨਹੀਂ। ਜਿਹੜਾ ਪਹਿਲੇ ਸਾਲ ਚਿਹਰਾ ਸੀ ਅਗਲੇ ਸਾਲ ਉਹ ਰਿਹਾ ਹੀ ਨਹੀਂ, ਉਹ ਕਿੱਥੇ ਚਲਾ ਗਿਆ ਚਿਹਰਾ? ਕਿਉਂਕਿ ਅਸੀਂ ਭਰਮ ਨੂੰ ਸੱਚ ਮੰਨੀ ਬੈਠੇ ਹਾਂ। ਸਤਿਗੁਰੂ ਕਹਿੰਦੇ ਜਦੋਂ ਗਿਆਨ ਆਉਂਦਾ ਸਭ ਤੋਂ ਪਹਿਲਾਂ ਭਰਮ ਟੁੱਟਦਾ ਹੈ। ਸਰੀਰ ਮੇਰਾ ਨਹੀਂ, ਪਰਿਵਾਰ ਮੇਰਾ ਨਹੀਂ, ਸੰਸਾਰ ਮੇਰਾ ਨਹੀਂ। ਸਭ ਤੋਂ ਪਹਿਲੀ ਗੱਲ ਸਮਝ ਪੈਂਦੀ ਹੈ ਕਿ ਮੈਂ ਆਤਮ ਸ਼ਹਿਜ਼ਾਦਾ ਹਾਂ, ਮੈਂ ਰਾਮ ਕੀ ਅੰਸ਼ ਹਾਂ। ਭਰਮ ਕੀ ਟਾਟੀ ਜਿਹੜੀ ਸੀ ਉੱਡ ਗਈ। ਦੇਖੋ ਭਾਈ, ਗਿਆਨ ਕੀ ਆਈ ਆਂਦੀ ਸਭੈ ਉਡਾਨੀ, ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਜਿੱਥੇ ਭਰਮ ਹੈ ਉੱਥੇ ਮਾਇਆ। ਮੈਂ ਫਿਰ ਬੇਨਤੀ ਕਰਾਂ, ਮਾਇਆ ਦੇ ਅਰਥ ਬਿਲਕੁਲ ਕਰੰਸੀ ਨਹੀਂ ਮੈਂ ਕਰਦਾ ਹੁੰਦਾ। ਮਾਇਆ ਦੇ ਅਰਥ ਨੇ ਅੰਦਰ ਦਾ ਉਹ ਫੁਰਨਾ। ਫਿਰ ਸੁਣਿਓ, ਮਾਇਆ ਦਾ ਅਰਥ ਹੈ ਅੰਦਰ ਦਾ ਉਹ ਖਿਆਲ ਕਿ ਜਿਹੜਾ ਕਿਸੇ ਚੀਜ਼ ਨੂੰ ਵੇਖ ਕੇ ਰੱਬ ਭੁੱਲ ਜਾਏ, ਦੂਜਾ ਭਾਵ ਪੈਦਾ ਹੋ ਜਾਏ, ਉਹ ਮਾਇਆ ਹੀ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਿਹੜੀ ਮਾਇਆ 'ਚ ਅੰਦਰ ਟਾਟੀਆ ਛਪਰੀ ਬਣੀ ਸੀ, ਹਨੇਰੀ ਨੇ ਉਡਾ ਦਿੱਤੀ। ਦੇਖੋ ਭਾਈ, ਗਿਆਨ ਕੀ ਆਈ ਆਂਦੀ ਸਭੈ ਉਡਾਨੀ, ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਹੁਣ ਦੋ ਚਿੱਤੇ ਕੀ ਦੋ ਥੂਨ ਗਿਰਾਨੀ। ਥੂਨ ਦਾ ਅਰਥ ਸਮਝ ਗਏ ਨਾ, ਥਮੀਆਂ। ਦੁਚਿੱਤਾਪਣ ਸੱਚੀ ਮੁੱਚੀ ਸਭ ਤੋਂ ਜ਼ਿਆਦਾ ਖਤਰਨਾਕ ਹੈ ਜਿਹੜਾ ਬੰਦਾ ਦੁਬਦਾ 'ਚ ਪੈ ਗਿਆ। ਜਿਹੜਾ ਦੁਚਿੱਤੇ 'ਚ ਨਾ, ਉਹ ਬੰਦਾ ਸੱਚੀ ਗੱਲ ਜੇ ਕਾਮਯਾਬ ਨਹੀਂ ਹੋ ਸਕਦਾ। ਅੱਜ ਇੱਧਰ, ਕੱਲ ਨੂੰ ਇੱਧਰ, ਫਿਰ ਇੱਧਰ ਆਏ, ਫਿਰ ਛੱਡ ਕੇ ਉੱਧਰ। ਬਹੁਤ ਸਾਰੇ ਲੋਕ ਮੈਂ ਕਹਿੰਦਾ ਆਪਣੀ ਜ਼ਿੰਦਗੀ ਦਾ ਬਹੁਤ ਟਾਈਮ ਦੁਚਿੱਤੇਪਨ 'ਚ ਗਵਾ ਦਿੰਦੇ ਨੇ। ਅੱਜ ਫਲਾਣਾ ਬੰਦਾ ਬਸ ਇਹਦੇ ਕੋਲ ਤਾਤੇ ਜੀ। ਸੱਚੀ ਗੱਲ ਹੈ, ਉਹ ਗੁਰੂ ਨੇੜੇ ਲੱਗਦੀ ਕੋਈ ਨਹੀਂ। ਅਨਾਇਤ ਸ਼ਾਹ ਦੇ ਦਰ ਤੇ ਬੁੱਲਾ ਗਿਆ ਸਮਝਣ ਲਈ। ਬੁੱਲਾ ਸੀ ਸੈਯਦ ਤੇ ਅਨਾਇਤ ਸ਼ਾਹ ਉਹਦਾ ਮੁਰਸ਼ਦ ਅਰਾਈ। ਹੁਣ ਬੁੱਲੇ ਨੇ ਅਨਾਇਤ ਸ਼ਾਹ ਨੂੰ ਮੰਨ ਤਾਂ ਲਿਆ, ਅਰਾਈ ਨੂੰ, ਪਰ ਪਤਾ ਸੀ ਵੀ ਇਹਦੀ ਜ਼ਿਆਤ ਮੇਰੇ ਬਰਾਬਰ ਨਹੀਂ। ਰਸਤੇ 'ਚ ਤੁਰਿਆ ਆਵੇ ਤੇ ਗਲੀ 'ਚ ਨੀਵੀਂ ਪਾਈ, ਕਦੀ ਖੱਬੇ ਨੂੰ ਹੋ ਜਾਏ, ਕਦੀ ਸੱਜੇ ਨੂੰ, ਸੱਜੇ ਤੋਂ ਫਿਰ ਖੱਬੇ ਨੂੰ। ਇੰਨੀ ਦੇਰ ਨੂੰ ਭੰਗਣ ਆ ਗਈ। ਭੰਗਣ ਸ਼ਬਦ ਵਰਤਣਾ, ਸਿਰ ਤੇ ਉਹਨਾਂ ਕੂੜਾ ਚੁੱਕਿਆ, ਗੋਇਆ ਚੁੱਕਿਆ ਤੇ ਗੰਦਾ ਪਾਣੀ ਡਿੱਗੇ ਪਿਆ। ਹੁਣ ਬੁੱਲਾ ਕਦੀ ਖੱਬੇ ਹੁੰਦਾ, ਕਦੀ ਸੱਜੇ ਹੁੰਦਾ। ਉਹ ਚਾਹੁੰਦੀ ਹੈ ਵੀ ਕਿਤੇ ਇਹਦੇ ਤੇ ਛਿੱਟਾ ਨਾ ਪੈ ਜਾਣ। ਉਹਨੇ ਇੱਕੋ ਆਵਾਜ਼ ਦੂਰੋਂ ਦਿੱਤੀ, ਵੇ ਬੁੱਲਿਆ, ਜਾਂ ਖੱਬੇ ਹੋ ਜਾ ਜਾਂ ਸੱਜੇ ਹੋ ਜਾ, ਜਿਹੜੇ ਦੋ ਪਾਸੇ ਚੱਲਦੇ ਨੇ ਉਹਨਾਂ ਤੇ ਛਿੱਟਾਂ ਪੈ ਜਾਂਦੀਆਂ ਹੁੰਦੀਆਂ। ਉਹਨੇ ਉੱਥੇ ਮੱਥਾ ਟੇਕ ਕੇ ਕਿਹਾ, ਕਹਿੰਦਾ ਬਸ ਇੱਕ ਪਾਸੇ ਚੱਲਾਂਗਾ। ਉਹ ਅਰਥ ਹੋਰ ਕਰ ਰਿਹਾ ਸੀ, ਉਹ ਦੁਚਿੱਤੀ ਚਾਹ ਰਿਹਾ ਸੀ। ਸੱਚੀ ਗੱਲ ਸੀ ਵੀ ਦੁਚਿੱਤੀ ਚਾਹ ਮਹੀਨਾ ਕੁ ਚੰਗਾ ਅਭਿਆਸ ਕਰਦਾ। ਫਿਰ ਕਹਿੰਦਾ ਯਾਰ ਇੰਨਾ ਚਿਰ ਹੋ ਗਿਆ, ਕੁਝ ਗੱਲ ਬਣੀ ਤੇ ਨਹੀਂ, ਛੱਡ ਦੇ, ਹੁਣ ਦੂਜੀ ਬਾਣੀ ਸ਼ੁਰੂ ਕਰ ਦੀ। ਮੈਨੂੰ ਬੇਨਤੀ ਮੇਰੀ ਹੈ, ਕਈ ਬੰਦੇ ਤਾਂ ਇਸ ਤਰ੍ਹਾਂ ਜ਼ਿੰਦਗੀ ਕੱਢਦੇ ਪਏ ਨੇ। ਹੁਣ ਆਹ ਸ਼ਬਦ ਪੜ੍ਹ ਲਿਆ, ਮਨ ਉਹਦੇ 'ਚ ਵੀ ਟਿਕਿਆ, ਦੂਜੇ ਪਾਸੇ ਭੱਜ ਗਏ। ਨਹੀਂ ਨਹੀਂ, ਦੁਚਿੱਤਾਪਣ ਅਗਿਆਨਤਾ ਹੈ, ਸਿਰਫ ਇੱਕ ਪਾਸਾ। ਸਤਿਗੁਰੂ ਕਹਿੰਦੇ ਨੇ ਜਦੋਂ ਗਿਆਨ ਦੀ ਹਨਾਰੀ ਆਈ, ਜਿਹੜਾ ਦੁਚਿੱਤਾਪਨ ਸੀ, ਦੁਬਦਾ ਸੀ, ਮੇਰੇ ਗੁਰੂ ਨੇ ਇੰਨੀ ਕਿਰਪਾ ਕੀਤੀ, ਇਹ ਛਪਰੀ ਖਲੋਤੀ ਸੀ ਦੁਚਿੱਤੇ ਦੀਆਂ ਥਮੀਆਂ ਤੇ। ਉਸ ਗਿਆਨ ਦੀ ਹਨੇਰੀ ਨੇ ਥਮੀਆਂ ਪੱਟ ਕੇ ਬਾਹਰ ਮਾਰੀਆਂ। ਹੁਣ ਦੁਚਿੱਤਾਪਨ ਹੈ ਹੀ ਨਹੀਂ। ਬਸ ਹੁਣ ਇੱਕੋ ਹੀ ਗੱਲ ਹੈ, ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ। ਹੁਣ ਦੁਚਿੱਤਾਪਨ ਨਹੀਂ। ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਮ ਤਜਤ ਨੀ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ एक चेतन। कोई दुचित्तापन नहीं। अब हम चली ठाकुर पे हार, जब हम शरण प्रभु की आई, राख प्रभु पावे मार, लोकन की चतुराई उपमा। हुण मैं क्यों दुचित्ते पंच पवां? मैं तां बेनती कीती पाई, ज्ञान दे अर्थ नॉलेज नहीं करने। अगे होर असीं बाणी च टुब्बी मारांगे, मिलेगा।
ਗਿਆਨੀ ਕੌਣ ਹੈ। ਸਤਿਗੁਰੂ ਕਹਿੰਦੇ ਨੇ ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਲ। ਕੋਈ ਭਲਾ ਕਹੋ ਅੱਗੇ ਜੁਤੀਚਾਪਨ ਸੀ, ਦੋ ਚਿੱਤਾ ਸੀ। ਜੇ ਕਿਸੇ ਨੇ ਕਹਿ ਦੇਣਾ ਤੂੰ ਬੜਾ ਚੰਗਾ ਰਾਤ ਨੂੰ ਨੀਂਦਰ ਨਾ ਪੈਣੀ, ਜੇ ਕਿਸੇ ਨੇ ਕਹਿ ਦੇਣਾ ਤੂੰ ਬੜਾ ਮਾੜਾ ਹੈ ਰਾਤ ਨੂੰ ਸੱਚੀ ਗੱਲ ਸੂਲਾਂ ਦੀ ਤਰ੍ਹਾਂ ਚੁੱਭੀ ਜਾਣ। ਹੁਣ ਬੁਰਾ ਕਹੇ ਕਿ ਭਲਾ ਕਹੇ, ਕਿਉਂ? ਕਿਉਂਕਿ ਦੁਚਿੱਤੇ ਦੀਆਂ ਥੰਮੀਆਂ ਪੱਟੀਆਂ ਗਈਆਂ। ਲੋਕਨ ਕੀ ਚਤੁਰਾਈ ਉਪਮਾ ਦੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਮੈਂ ਬੇਨਤੀ ਕਰਾਂਗਾ ਜਦੋਂ ਕਿਸੇ ਅੰਦਰ ਸਿਮਰਨਾ ਹੀ ਗਿਆਨ ਪੈਦਾ ਹੁੰਦਾ ਹੈ। ਮੈਂ ਇੱਥੇ ਇੱਕ ਵਾਰ ਅਰਜ਼ ਕਰਕੇ ਗਿਆ ਸਾਂ, ਮੈਂ ਸ਼ਬਦ ਰਿਪੀਟ ਕਰਨ ਲੱਗਾ, ਮੈਨੂੰ ਛੇਤੀ ਭੁੱਲਦੇ ਨਹੀਂ ਹੁੰਦੇ। ਕੀ ਬੋਲਿਆ ਇੱਥੇ? ਮੈਂ ਅਰਜ਼ ਕੀਤੀ ਸੀ ਧਰਮ ਇੰਜੈਕਸ਼ਨ ਨਹੀਂ, ਧਰਮ ਐਜੂਕੇਸ਼ਨ ਹੈ। ਇੱਕ ਵਾਰ ਇੱਥੇ ਕਿਹਾ ਸੀ ਇੰਜੈਕਸ਼ਨ ਬਾਹਰੋਂ ਦਿੱਤਾ ਜਾਂਦਾ ਹੈ, ਐਜੂਕੇਸ਼ਨ ਦਾ ਅਰਥ ਤਾਲੀਮ ਨਹੀਂ। ਠੀਕ ਹੈ, ਚਲੋ ਸਾਡੀਆਂ ਕਿਤਾਬਾਂ 'ਚ ਐਜੂਕੇਸ਼ਨ ਦਾ ਅਰਥ ਸਿੱਖਿਆ। ਉਂਝ ਤੁਸੀਂ ਜਿਹੜੇ ਅੰਗਰੇਜ਼ੀ ਦੇ ਮਾਹਿਰ ਹੋ, ਇਸ ਸ਼ਬਦ ਬਾਰੇ ਧਿਆਨ ਨਾਲ ਦੇਖੋਗੇ ਤੇ ਐਜੂਕੇਸ਼ਨ ਦਾ ਅਰਥ ਹੈ ਅੰਦਰ ਤੋਂ ਬਾਹਰ ਨੂੰ ਖਿੱਚਣਾ, ਖਿੱਚਣਾ ਅੰਦਰ ਤੋਂ ਬਾਹਰ ਨੂੰ ਲਿਆਉਣਾ। ਆ ਜਿੰਨਾ ਗੁਰੂ ਗ੍ਰੰਥ ਸਾਹਿਬ ਇਹ ਸੱਚੀ ਮੁੱਚੀ ਅੰਦਰ ਤੋਂ ਬਾਹਰ ਨੂੰ ਆਇਆ ਹੋਇਆ ਗਿਆਨ ਹੈ। ਬਾਬਾ ਜੀ ਕਹਿੰਦੇ ਨੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ। ਉਹ ਅੰਦਰ ਜਿਹੜਾ ਗਿਆਨ ਸੀ ਉਹ ਬਾਹਰ ਪ੍ਰਗਟ ਹੋਇਆ। ਤੇ ਇੰਜੈਕਸ਼ਨ ਹੁੰਦਾ ਹੈ, ਮੇਰੇ ਬਾਪ ਨੇ ਕਿਹਾ ਮੈਂ ਮੰਨਣਾ, ਠੀਕ ਹੈ ਚੱਲਦਾ ਕੰਮ। ਪਰ ਅਸਲ 'ਚ ਜਿਹੜਾ ਧਰਮ ਹੈ ਉਹ ਅੰਦਰੋਂ ਨਿਕਲਦਾ। ਜਿੰਨੇ ਦੁਨੀਆ ਦੇ ਗ੍ਰੰਥ ਨੇ ਪਿਆਰਿਓ, ਇਹ ਇੰਜੈਕਸ਼ਨ ਜਿਹੜੇ ਲੋਕ ਕਹਿੰਦੇ ਨਾ ਬਾਣੀ ਜੀ ਵੇਦਾਂ ਦਾ ਤੱਤ ਹੈ ਜੀ, ਇਹ ਤੇ ਫਲਾਣੇ ਗ੍ਰੰਥਾਂ ਦਾ ਸਾਰ ਹੈ ਜੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ। ਗੁਰੂ ਅਰਜਨ ਦੇਵ ਕਹਿੰਦੇ ਨਹੀਂ, ਹਰ ਦੁਨੀਆ ਦਾ ਰੂਹਾਨੀਅਤ ਦਾ ਗਿਆਨ ਇਹ ਐਜੂਕੇਸ਼ਨ ਸਿਮਰਨ 'ਚੋਂ ਅੰਦਰੋਂ ਪੈਦਾ ਹੋਇਆ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੋਂ ਕੁੰਟ ਜਾਤੇ। ਅੰਦਰੋਂ ਨਿਕਲਿਓ ਧਰਮ। ਜਦੋਂ ਗਿਆਨ ਆਇਆ, ਪਹਿਲੀ ਗੱਲ ਆ ਜਿਹੜਾ ਦੁਚਿੱਤਾਪਨ ਸੀ ਉੱਡ ਗਿਆ, ਭਰਮ ਖਤਮ ਹੋ ਗਿਆ। ਹੁਣ ਜਦੋਂ ਥੰਮੀਆਂ ਡਿੱਗਣ ਗਈਆਂ ਤੇ ਉੱਪਰ ਵਾਲਾ ਸ਼ਤੀਰ ਬਾਜੂਗਾ ਕਿਵੇਂ? ਅਗਿਆਨਤਾ ਦੀ ਛਪਰੀ ਟੁੱਟਦੀ, ਥੰਮੀਆਂ ਦੁਚਿੱਤੇ ਦੀਆਂ ਡਿੱਗੀਆਂ ਤੇ ਸ਼ਤੀਰ ਪਤਾ ਕਾਹਦਾ ਪਿਆ ਸੀ? ਮੋਹ ਦਾ। ਮੋਹ ਬਲੇਡਾ ਟੂਟਾ, ਬਲੇਡਾ ਅਰਥ ਵਾਲਾ, ਸ਼ਤੀਰ, ਮੋਹ ਦਾ ਸ਼ਤੀਰ ਪਿਆ ਸੀ। ਜਦੋਂ ਦੁਚਿੱਤਾਪਨ ਗਿਆ ਸੱਚੀ ਮੁੱਚੀ ਮੋਹ ਉਦੋਂ ਹੀ ਟੁੱਟ ਗਿਆ। ਹੁਣ ਜਿੱਥੇ ਸ਼ਤੀਰ ਡਿੱਗਾ, ਸ਼ਤੀਰ ਭਾਰਾ ਬੜਾ ਸੀ, ਥੱਲੇ ਭਾਂਡੇ ਪਏ ਸਨ। ਉਹ ਸ਼ਤੀਰ ਡਿੱਗਣ ਦੀ ਦੇਰ ਹੈ, ਥੱਲੇ ਦੁਰਮਤ ਦੇ ਭਾਂਡੇ ਪਏ ਸਨ, ਸਾਰੇ ਦੇ ਨਾਲ ਹੀ ਟੁੱਟ ਗਏ। ਇਹ ਹੈ ਗਿਆਨ ਦੀ ਖਨੇਰੀ ਆਵੇ, ਅੰਦਰੋਂ ਭਟਕਣਾ ਮੁੱਕ ਜਾਏ, ਦੁਚਿੱਤਾਪਨ ਮੁੱਕ ਜਾਏ, ਭਰਮ ਮੁੱਕ ਜਾਏ, ਮੋਹ ਖਤਮ ਹੋ ਜਾਏ। ਮੈਂ ਅਗਲੀ ਬੇਨਤੀ ਕਰਾਂਗਾ, ਗਿਆਨੀ ਕੌਣ ਨੇ? ਦੁਚਿੱਤਾਪਨ, ਮੋਹ, ਦੁਰਮਤ ਦਾ ਨਾਸ਼ ਹੋ ਜਾਏ। ਇਸ ਸਭ ਕਾਂਸੇ ਤੋਂ ਬਾਅਦ ਜਦੋਂ ਇਹ ਅਗਿਆਨਤਾ ਦਾ ਛੱਪਰ ਟੁੱਟ ਗਿਆ, ਉੱਡ ਗਿਆ, ਉਦੋਂ ਬਾਅਦ ਫਿਰ ਰੂਹਾਨੀਅਤ ਦਾ ਮੀਂਹ ਵਰਸਿਆ। ਉਦੋਂ ਬੰਦਗੀ ਦਾ ਮੀਂਹ ਵਰਸਿਆ ਜੀ ਅੰਦਰ। ਉਸ ਗਿਆਨ ਦੀ ਗੱਲ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਕਿ ਅੰਦਰ ਦਾ ਗਿਆਨ ਨਹੀਂ, ਇਹ ਭਰਮ 'ਚ ਭੁੱਲੇ ਹੋਏ ਨੇ ਰਾਸਤਾਰੀ, ਇਹ ਖੁਦ ਮੋਹ ਵਿੱਚ ਫਸੇ ਨੇ, ਇਹ ਦੁਚਿੱਤੇਪਨ 'ਚ ਨੇ, ਇਹ ਭਰਮ 'ਚ ਡਿੱਗੇ ਹੋਏ ਨੇ। ਇਹ ਬਾਹਰੋਂ ਕੀ ਕਿਸੇ ਨੂੰ ਦੇਣਗੇ? ਕਿਉਂਕਿ ਗਿਆਨ ਤੋਂ ਵੀ ਹੁਣੇ ਖੁਦ ਠੱਗੇ ਗਏ। ਇਹ ਸਾਰਾ ਸ਼ਬਦ ਮੈਂ ਪੜ੍ਹ ਦੇਣਾ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ। ਅਰਥ ਅਸੀਂ ਕਰ ਦਿੱਤੇ ਨੇ। ਫਿਰ ਮੇਰੀ ਬੇਨਤੀ ਪਲੀਜ਼, ਗੁਰੂ ਗ੍ਰੰਥ ਸਾਹਿਬ ਦੇ ਗੂੜੇ ਸ਼ਬਦਾਂ ਨੂੰ ਜ਼ਰੂਰ ਵਾਚੋ। ਜੀਵਨ ਜੇ ਕਮਾਣਾ ਹੈ ਤਾਂ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਦੀ, ਦੋ ਚਿੱਤੇ ਕੀ ਦੋ ਥੂਨ ਗਰਾਨੀ, ਮੋਹ ਬਲੇਡਾ ਟੂਟਾ, ਤਿਸ਼ਨਾ ਸ਼ਾਨ ਭਰੀ ਤਰ ਉਪਰ ਦੁਰਮਤ ਭਾਂਡਾ ਫੂਟਾ। ਹੁਣ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਆਂਦੀ ਪਾਛੈ ਜੋ ਜਲ ਬਰਖੈ, ਹੁਣ ਮੀਂਹ ਵਰਸਿਆ। ਉਹ ਕੀ ਮੀਂਹ ਸੀ? ਉਹਨੂੰ ਗੁਰੂ ਨੇ ਕਿਹਾ, ਉਹ ਜਾਂਦਿਆਂ ਸਾਰਿਆਂ ਨੂੰ ਚਲੋ ਭਾਈ ਸਾਹਿਬ ਕੀਰਤਨ ਕਰਨਗੇ, ਅਸੀਂ ਸੁਣਾਂਗੇ, ਮੈਂ ਸ਼ਬਦ ਬੋਲਾਂਗਾ, ਸੁਣਾਂਗੇ, ਅਸੀਂ ਸਟੇਜ ਤੇ ਕਹਿ ਦਿਆਂਗੇ ਝਿਮ ਝਿਮ ਵਰਸੈ ਅੰਮ੍ਰਿਤਾਰਾ। ਨਹੀਂ, ਜਿੰਨੀ ਦੇਰ ਤੱਕ ਭਰਮ ਦੀ ਛਪਰੀ ਨਹੀਂ ਉੱਡਦੀ ਉਨੀ ਦੇਰ ਤੱਕ ਬਾਰਿਸ਼ ਨਹੀਂ ਹੋਣੀ। ਆਂਦੀ ਪਾਛੈ ਜੋ ਜਲ ਬਰਸੈ, ਝਿਮ ਝਿਮ ਵਰਸੈ ਅੰਮ੍ਰਿਤ ਪਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਆਂਦੀ ਪਾਛੈ ਜੋ ਜਲ ਬਰਖੈ, ਤੇ ਤੇਰਾ ਜਨ ਭੀਨਾ, ਮੈਂ ਉਸ ਨਾਮ 'ਚ ਭਿੱਜ ਗਿਆ ਵਾਂ। ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ
ਜਬ ਚੀਨਾ ਜਦੋਂ ਦੇਖਿਆ ਅੰਦਰੋਂ ਸੂਰਜ ਨਿਕਲ ਆਇਆ। ਮੇਰੀ ਫਿਰ ਬੇਨਤੀ ਸੁਣਿਓ, ਸੂਰਜ ਪ੍ਰਤੀਕ ਹੈ ਗਿਆਨ ਦਾ, ਹਨੇਰਾ ਪ੍ਰਤੀਕ ਹੈ ਅਗਿਆਨ ਦਾ। ਜਿੰਨੀ ਦੇਰ ਤੱਕ ਤੇਰੇ ਅੰਦਰ ਦਾ ਸੂਰਜ ਨਹੀਂ ਚੜ੍ਹਦਾ। ਰਾਬੀਆ ਦਾ ਜੀਵਨ ਸੂਫੀ ਸਾਹਿਤ ਵਿੱਚ ਬੜਾ ਪੜ੍ਹਨ ਵਾਲਾ, ਤੇ ਮੇਰੀ ਬੇਨਤੀ ਹੈ ਪਲੀਜ਼ ਜ਼ਰੂਰ ਵੱਧ ਤੋਂ ਵੱਧ ਪੜ੍ਹਿਆ ਕਰੀਏ। ਆਪਾਂ ਪੜ੍ਹਨਾ ਮਤਲਬ ਉਹਨੂੰ ਕਮਾਈਏ। ਹਾਲਾਂਕਿ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਰਾਬੀਆ ਅਰਬੀ ਦਾ ਸ਼ਬਦ ਜੀ, ਰਾਬੀਆ ਜਿਹਦੇ ਅਸੀਂ 1 2 3 4 ਕਹਿੰਦੇ ਆ ਨਾ, ਅਰਬੀ ਵਿੱਚ 4 ਨੂੰ ਰਾਬੀਆ ਕਿਹਾ ਜਾਂਦਾ। ਅਸਲ 'ਚ ਮਾਪਿਆਂ ਦੀ ਚੌਥੀ ਸੰਤਾਨ ਸੀ, ਬੇਟੀ ਹੋਈ, ਤੇ ਜਦੋਂ ਇਹ ਜੰਮੀ ਤੇ ਇਹਨਾਂ ਦੇ ਘਰ ਦਾ ਦੀਵਾ ਬੁਝ ਗਿਆ। ਇਹਦੀ ਮਾਂ ਨੇ ਕਿਹਾ, ਇਹਦੇ ਪਿਤਾ ਨੂੰ, ਆਪਣੇ ਖਾਵੰਦ ਨੂੰ ਕਿਹਾ, ਕੁੜੀ ਜੰਮੀ ਹੈ, ਗਵਾਂਢੀਆਂ ਤੋਂ ਤੇਲ ਮੰਗ ਲਿਓ, ਇਹਨੂੰ ਮਾਲਿਸ਼ ਕਰ ਲਈ। ਉਹ ਗਵਾਂਢੀਆਂ ਦੇ ਬੂਹੇ ਅੱਗੇ ਗਿਆ, ਪਤਾ ਨਹੀਂ ਅੰਦਰੋਂ ਕੀ ਅਣਖ ਜਾਗੀ, ਬੂਹਾ ਨਹੀਂ ਖੜਕਾਇਆ, ਵਾਪਸ ਆ ਗਿਆ। ਉਹਨੇ ਕਿਹਾ ਵੀ ਵਾਪਸ ਆਏ, ਤੇਲ ਨਹੀਂ ਲਿਆਂਦਾ। ਕਹਿੰਦਾ ਨਹੀਂ ਨਹੀਂ, ਮੇਰਾ ਚਿੱਤ ਨਹੀਂ ਮੰਨਿਆ ਕਿਸੇ ਅੱਗੇ ਮੰਗਣ ਲਈ, ਹੱਥ ਦੀ ਤਲੀ ਅੱਡਣ ਲਈ। ਤੇ ਉਹਦੀ ਮਾਂ ਨੇ ਹੌਕਾ ਲੈ ਕੇ ਕਿਹਾ, ਕਿਹੋ ਜਿਹਾ ਮਨਹੂਸ ਬੱਚਾ ਜੰਮਿਆ ਕਿ ਘਰ ਦਾ ਦੀਵਾ ਵੀ ਬੁਝ ਗਿਆ। ਸੂਫੀ ਸਾਹਿਤ ਕਹਿੰਦਾ, ਇਸਲਾਮ ਕਹਿੰਦਾ ਕਿ ਅਰਸ਼ ਤੋਂ ਆਵਾਜ਼ ਆਈ, ਇਹ ਮਨਹੂਸ ਬੱਚਾ ਨਹੀਂ, ਇਹ ਰੱਬ ਨੂੰ ਮੰਨਣ ਵਾਲੀ ਇੱਕ ਪਵਿੱਤਰ ਰੂਹ ਆਈ ਹੈ। ਸੱਚ ਇਹ ਤੇਲ ਮੰਗਣ ਵਾਸਤੇ ਤੁਹਾਡੇ ਫੁਰਨੇ ਤਾਂ ਮਰੇ ਨੇ ਕਿਉਂਕਿ ਇਹਨੇ ਰੱਬ ਤੋਂ ਬਿਨਾਂ ਕਿਸੇ ਦੇ ਅੱਗੇ ਝੋਲੀ ਨਹੀਂ ਫੈਲਾਣੀ। ਮੇਰੀ ਬੇਨਤੀ ਸਮਝ ਗਏ ਨਾ? ਉਹਨੇ ਬੜੀ ਬੰਦਗੀ ਕੀਤੀ। ਹਸਨ ਦੇ ਕੋਲ ਰੋਜ਼ ਆਉਂਦਾ ਸੀ। ਇੱਕ ਦਿਨ ਕਿਤੇ ਕਹਿੰਦੇ ਅਰਬ 'ਚ ਸੂਰਜ ਬੜੇ ਕਮਾਲ ਦਾ ਜਦੋਂ ਸਵੇਰੇ ਨਿਕਲਿਆ, ਲਾਲੀ ਉਹਨੇ ਆਵਾਜ਼ ਦੇ ਕੇ ਕਿਹਾ, ਅੰਮਾ ਬਾਹਰ ਨਿਕਲ, ਬਾਹਰ ਦੇਖ, ਸੂਰਜ ਆ ਗਿਆ। ਉਹਨੇ ਕਿਹਾ, ਹਸਨ ਇਹ ਤਾਂ ਰੋਜ਼ ਚੜ੍ਹਦਾ, ਆ ਜਾ ਝੌਂਪੜੀ ਦੇ ਵਿੱਚ ਇੱਕ ਅੰਦਰ ਸੂਰਜ ਚੜਿਆ ਪਿਆ, ਉਹਦਾ ਚਾਨਣ ਇੱਕ ਵਾਰੀ ਆ ਜਾਏ ਤੇ ਕਦੀ ਲਹਿੰਦਾ ਨਹੀਂ ਹੁੰਦਾ।